ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਅੱਜ ਮੁਲਕ ਦੇ ਵਿੱਚ ਇੱਕ ਚਿੰਤਾ ਜਿਹੜੀ ਆ ਉਹ ਇਸ ਗੱਲ ਨੂੰ ਲੈ ਕੇ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਤਾਨਾਸ਼ਾਹ ਬਣ ਚੁੱਕੀਆਂ ਨੇ। ਮੁਲਕ ਜਾ ਕਿੱਧਰ ਨੂੰ ਰਿਹਾ। ਸਰਵਉੱਚ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ। ਮਾਣਯੋਗ ਸੁਪਰੀਮ ਕੋਰਟ ਨੇ ਪੈਗਾਸਸ ਦੇ ਮਾਮਲੇ ਤੇ ਇਹਨਾਂ ਤੋਂ ਜਵਾਬ ਮੰਗਿਆ, ਕੋਈ ਜਵਾਬ ਨਹੀਂ ਆਇਆ, ਸਹਿਯੋਗ ਨਹੀਂ ਦਿੱਤਾ ਗਿਆ। ਕੋਈ ਕਮੇਟੀ ਬਣਾਈ ਗਈ ਸੀ, ਬਿਲਕਿਸ ਬਾਨੋ ਦਾ ਮਸਲਾ ਦੇਖ ਲਓ, ਉਹਦੇ ਤੇ ਵੀ ਮਾਣਯੋਗ ਸੁਪਰੀਮ ਕੋਰਟ ਫਟਕਾਰ ਪਾਉਂਦੀ ਹੈ ਇੱਕ ਤਰੀਕੇ ਦੇ ਨਾਲ। ਬਹੁਤ ਇਹੋ ਜਿਹੇ ਮਾਮਲੇ ਨੇ ਜਿਨ੍ਹਾਂ ਦੇ ਉੱਤੇ ਮਾਣਯੋਗ ਸੁਪਰੀਮ ਕੋਰਟ ਨੂੰ ਅਣਗੌਲਿਆ ਕੀਤਾ ਜਾਂਦਾ ਹੈ, ਜਿੱਥੋਂ ਇਨਸਾਫ ਦੀ ਆਸ ਹੈ। ਫਿਰ ਲੋਕ ਕੀ ਸਮਝਣਗੇ? ਬਸ ਇਹ ਵੀ ਹਟ ਜਾਊ ਸੁਖਵਿੰਦਰ। ਇਹ ਅਜੇ ਕੁਝ ਕੁ ਬੰਦੇ ਚੰਗੇ ਆ ਜਿਹੜੇ ਰਮੰਨਾ ਹੈਗੇ ਹੁਣ ਵਾਲੇ, ਰਿਟਾਇਰ ਹੋ ਗਏ, ਹੁਣੇ ਹੋਏ ਹੀ ਆ, ਅਜੇ ਇੱਕ ਦਿਨ ਹੀ ਹੋਇਆ। ਉਦੋਂ ਬਾਅਦ ਵੀ ਮੈਨੂੰ ਠੀਕ ਠੀਕ CJI ਲੱਗਦੇ ਆ। ਇਹ ਜਦ ਤੱਕ ਲੀਡਰ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਅਲੱਗ-ਅਲੱਗ ਕੇਸ ਅਲੱਗ-ਅਲੱਗ ਬੈਂਚਾਂ ਨੂੰ ਅਲਾਟ ਕਰਦੇ ਆ, ਉਦੋਂ ਤੱਕ ਠੀਕ ਹੈ, ਲੀਡਰ ਠੀਕ ਹੈ, ਤਾਂ ਇਹ ਡਿਲੀਵਰ ਹੋਊਗੀ। ਹਾਲਾਂਕਿ ਬਹੁਤ ਕੰਸਟ੍ਰੇਂਟ ਹੈ ਕਿ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਦਬਾਅ ਹੈਗੇ, ਆਪਣੀ ਆਪਣੀ ਕਿਸਮ ਦੇ, ਕਾਨੂੰਨਨ ਵੀ, ਸਰਕਾਰੀ ਵੀ ਹੁੰਦੇ, ਹੋਰ ਵੀ ਹੁੰਦੇ, ਸਮਾਜਿਕ ਵੀ ਹੁੰਦੇ। ਪਰ ਫਿਰ ਵੀ ਇੱਕ ਚੰਗੀ ਖਬਰ ਇਹੀ ਹੈ ਕਿ ਇੱਕ ਅਦਾਰਾ ਅਜੇ ਬਚਿਆ ਜਿੱਥੇ ਗੁਹਾਰ ਸੱਚਾਈ ਦੀ, ਇਨਸਾਫ ਦੀ, ਡੈਮੋਕ੍ਰੇਸੀ ਦੀ, ਸੰਵਿਧਾਨ ਦੀ, ਕਾਨੂੰਨ ਦੀ ਗੁਹਾਰ ਲੱਗ ਰਹੀ ਹੈ। ਤੁਸੀਂ ਦੋ ਕੇਸ ਹਾਈਲਾਈਟ ਕੀਤੇ ਆ। ਇੱਕ ਬਿਲਕਿਸ ਬਾਨੋ ਦਾ, ਜਿਹਦੇ ਤੇ ਅੱਜ ਅਸੀਂ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂ 17 ਸੈਕਟਰ ਦੇ ਵਿੱਚ। ਕਾਫੀ ਲੋਕ ਬੈਨਰ ਲੈ ਕੇ ਵੀ ਆਉਣਗੇ 4 ਤੋਂ 7 ਸ਼ਾਮ ਨੂੰ। ਦੂਜਾ ਜਿਹੜਾ ਤੁਸੀਂ ਮੁੱਦਾ ਉਠਾਇਆ ਹੈਗਾ ਉਹ ਪੈਗਾਸਸ ਦਾ ਹੈਗਾ। ਹੁਣ ਇਹ ਤੇ ਮਾਲਵੇਅਰ ਦਾ ਪਤਾ ਆ, ਕੋਈ ਉਹਨਾਂ ਨੇ ਚੈੱਕ ਕੀਤਾ, 5 ਦੇ ਵਿੱਚੋਂ ਇਹ ਨਿਕਲਿਆ ਵੀ ਮਾਲਵੇਅਰ। ਉਹ ਇਹ ਕਹਿ ਰਹੇ ਆ ਜਿਹੜੇ ਉਹਨਾਂ ਦੇ ਕਮਿਊਨੀਕੇਸ਼ਨ ਮਿਨਿਸਟਰ ਹੈਗੇ ਉਹ ਬਿਹਾਰ ਵਾਲੇ, ਉਹ ਕੇਂਦਰੀ ਜਿਹੜੇ ਮਿਨਿਸਟਰ ਆ, ਉਹ ਕੱਲ ਕਹਿ ਰਹੇ ਸੀ ਬੜਾ ਜ਼ੋਰ ਦੇ ਕੇ ਕਿ ਦੇਖੋ ਜੀ ਕੁਛ ਨਹੀਂ ਹੈ, ਝੂਠ ਆ, ਮਾਫੀ ਮੰਗਣ, ਕੁਛ ਵੀ ਨਹੀਂ ਹੋਇਆ, ਪੈਗਾਸਸ ਦਾ ਕੁਛ ਨਹੀਂ ਹੋਇਆ, ਸੁਪਰੀਮ ਕੋਰਟ ਨੇ ਕਹਿਤਾ ਆ ਕਹਿਤਾ। ਜਦ ਕਿ ਸੁਪਰੀਮ ਕੋਰਟ ਨੇ ਬੜਾ ਸਾਫ਼ ਕਿਹਾ ਕਿ ਅਸੀਂ ਇੱਕ ਇਨਕੁਆਇਰੀ ਕਮੇਟੀ ਬਣਾਈ ਸੀ। ਇਹਨਾਂ ਨੇ ਤੇ ਪਰਦਾ ਹੀ ਪਾਤਾ ਸੀ ਕਿ ਇਹ ਜਦੋਂ ਸਰਕਾਰ ਨੂੰ ਵਿਰੋਧੀ ਪਾਰਟੀਆਂ ਨੇ ਪਾਰਲੀਮੈਂਟ 'ਚ ਸਵਾਲ ਉਠਾਇਆ ਔਰ ਰਾਹੁਲ ਗਾਂਧੀ ਨੇ ਤੇ ਬਹੁਤ ਇਹਦੇ ਤੇ ਜ਼ੋਰ ਸ਼ੋਰ ਪਾਇਆ, ਹੋਰਨਾਂ ਪਾਰਟੀਆਂ ਨੇ ਪਾਇਆ, ਸਰਕਾਰ ਨੇ ਕਹਿਤਾ ਜੀ ਦੇਖੋ ਇਹ ਸਾਡੇ ਡਿਫੈਂਸ ਦਾ ਸਿਸਟਮ ਆ, ਇਹਦੇ ਵਿੱਚ ਬੜੀ ਕੌਨਫੀਡੈਂਸ਼ੀਅਲਿਟੀ ਹੁੰਦੀ ਆ, ਸਿਕਿਉਰਿਟੀ ਦਾ ਮਾਮਲਾ ਹੈ, ਤੁਸੀਂ ਹਰ ਗੱਲ ਕਿਉਂ ਸਾਡੇ ਤੋਂ ਪੁੱਛੀ ਜਾਂਦੇ? ਇਹ ਗੱਲ ਨਹੀਂ ਪੁੱਛਣੀ ਕਿਤੇ ਵੀ। ਉਹਨਾਂ ਹਾਲਾਤਾਂ 'ਚ ਲੋਕ ਕੋਰਟ ਨੂੰ ਗਏ, ਕੋਰਟ ਨੇ ਕਮੇਟੀ ਬਣਾਈ। ਕਮੇਟੀ ਦੀ ਰਿਪੋਰਟ ਵਿੱਚ ਇਹ ਆਇਆ ਕਿ ਸਾਨੂੰ ਕੋਆਪਰੇਟ ਨਹੀਂ ਕੀਤਾ ਗਿਆ ਸਰਕਾਰ ਵੱਲੋਂ। ਭਾਈ ਜੇ ਸਰਕਾਰ ਨੇ ਪੂਰੀ ਇਨਫੋਰਮੇਸ਼ਨ ਹੀ ਨਹੀਂ ਦਿੱਤੀ, ਜੋ ਸਵਾਲ ਪੁੱਛਦੇ ਸੀ ਉਹਦੇ ਜਵਾਬ ਹੀ ਨਹੀਂ ਦਿੱਤੇ, ਤਾਂ ਫਿਰ ਐਡਾ ਵੱਡਾ ਰੌਲਾ ਪਾਉਣ ਦੀ ਕੀ ਲੋੜ ਹੈ ਕਿ ਅਸੀਂ ਸੱਚੇ ਤੇ ਵਿਰੋਧੀ ਪਾਰਟੀਆਂ ਝੂਠੀਆਂ। ਇਹ ਅਫਸੋਸ ਦੀ ਗੱਲ ਆ ਕਿ ਜੇ ਸਰਕਾਰਾਂ, ਜੋ ਤੁਸੀਂ ਬਿਲਕੁਲ ਸਹੀ ਫਰਮਾਇਆ, ਕਿ ਜੇ ਸਰਕਾਰਾਂ ਆਪਣੇ ਆਪ ਨੂੰ ਕਾਨੂੰਨ ਲਈ ਜਵਾਬਦੇਹੀ ਨਹੀਂ ਆਪਣੀ ਤੈਅ ਕਰਨਗੀਆਂ ਤਾਂ ਫਿਰ ਤੇ ਦਾਦਾਗਿਰੀ ਹੈ, ਫਿਰ ਤੇ ਕਿਸਮ ਦੀ ਤਾਨਾਸ਼ਾਹ ਵਾਲੀ ਸਰਕਾਰ ਹੋਰ ਕੀ ਹੁੰਦੀ ਆ ਕਿ ਜੋ ਉਹਨਾਂ ਦੇ ਮਨ 'ਚ ਉਹੋ ਹੀ ਕਾਨੂੰਨ ਹੋਊਗਾ, ਉਹੋ ਹੀ ਇਨਸਾਫ ਹੋਊਗਾ। ਤੁਹਾਡੀਆਂ ਭਾਵੇਂ ਕੁੱਟ-ਕੁੱਟ ਕੇ ਹੱਡੀਆਂ ਤੋੜਤੀਆਂ ਜਾਣ, ਜਿਵੇਂ ਜਗ੍ਹਾ ਜਗ੍ਹਾ ਲਗਾਤਾਰ ਹੋ ਹੀ ਰਿਹਾ। ਜਿਹੜੀਆਂ ਮੌਬ ਲਿੰਚਿੰਗ ਹੁੰਦੀ ਉਹ ਕੀ ਹੈ? ਪਬਲਿਕਲੀ ਬੰਦਿਆਂ ਨੂੰ ਤੁਸੀਂ ਮਾਰ ਦਿੰਦੇ ਆ, ਕੁਛ ਬਣਦਾ ਨਹੀਂ ਕੁਝ। ਇਹ ਜਿਹੜੀ ਕੇਂਦਰੀ ਸਰਕਾਰ ਹੈ ਉਹਨਾਂ ਦੇ ਉੱਤੇ ਕੋਈ ਵੱਡੀਆਂ ਸਟੇਟਮੈਂਟਾਂ ਵੀ ਨਹੀਂ ਆਉਂਦੀਆਂ ਆਮ ਪਬਲਿਕ ਦੇ ਹੱਕ ਵਿੱਚ ਵੀ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਛੱਡਾਂਗੇ। ਨਾ ਕੋਈ ਸਜ਼ਾਵਾਂ ਸਾਨੂੰ ਦਿੱਤੀਆਂ ਸਖਤ ਦਿਖਦੀਆਂ, ਲੰਬੇ ਲੰਬੇ ਕੇਸ ਜਿਸ ਤਰ੍ਹਾਂ ਸਾਡੇ 84 ਵਾਲੇ ਚੱਲੀ ਜਾਂਦੇ ਉਸੇ ਤਰੀਕੇ ਨਾਲ ਤੁਰੇ ਫਿਰਦੇ ਆ। ਇਸ ਕਰਕੇ ਇਹ ਜਿਹੜਾ ਹੁਣ ਵਾਲਾ ਐਟੀਟਿਊਡ ਬਣਿਆ ਹੋਇਆ ਉਹ ਇਹ ਆ, ਮੈਂ ਨਾ ਮਾਨੂੰ, ਤੁਸੀਂ ਕਰਨਾ ਜੋ ਕਰੋ, ਪਾ ਲਓ ਰੌਲਾ ਜਿੰਨਾ ਪਾਉਣਾ। ਇਹ ਬਹੁਤ ਹੀ ਖਤਰਨਾਕ ਮੋੜ ਤੇ ਸਾਡੇ 75 ਸਾਲਾਂ ਦੇ ਅਸੀਂ ਤੇ ਕੱਛਾਂ ਵਜਾਉਂਦੇ ਆ, ਆਹ ਕਰਨਾ ਉਹ ਕਰਨਾ, ਅਸੀਂ $5 ਟ੍ਰਿਲੀਅਨ ਇਕਨੋਮੀ ਬਣਨੀ ਆ। ਮੈਨੂੰ ਲੱਗਦਾ ਕਿ ਕਿਤੇ ਵਿੱਚ ਹੀ ਝੁੱਗਾ ਚੌੜ ਨਾ ਹੋ ਜਾਏ, ਕਿਤੇ ਰਾਹ 'ਚ ਹੀ ਗੱਡੀ ਪੰਚਰ ਨਾ ਹੋ ਜਾਏ। ਤੁਸੀਂ ਤੇ ਕਹਿੰਦੇ ਅਸੀਂ ਭਜਾ ਕੇ ਰੇਸ ਦੇ ਵਿੱਚ ਅੱਗੇ ਨਿਕਲਣਾ ਮੁਸ਼ਕਲ ਹੋਊਗਾ। ਜੇ ਤੁਹਾਡੀ ਇੱਕੋ ਇੱਕ ਸ਼ਕਤੀ ਹੈਗੀ ਉਹ ਹੈ ਤੁਹਾਡਾ ਲੋਕਤੰਤਰ। ਲੋਕਤੰਤਰ
ਜਿਹੜੀ ਪਾਰਟੀਆਂ ਦੇ ਅੰਦਰ ਵੀ ਮਜ਼ਬੂਤੀ ਹੋਣੀ ਚਾਹੀਦੀ ਆ ਤੇ ਸਰਕਾਰਾਂ ਦੇ ਅੰਦਰ ਵੀ ਉਹਦੀ ਰਿਫਲੈਕਸ਼ਨ ਹੋਣੀ ਚਾਹੀਦੀ, ਜਿਹੜੀ ਨਹੀਂ ਦੇਖਦੀ, ਸਾਨੂੰ ਅੱਜ ਦੀ ਤਰੀਕ 'ਚ ਨਹੀਂ ਦੇਖ ਰਹੀ। ਸਭ ਤੋਂ ਦੁੱਖ ਵਾਲੀ ਗੱਲ ਔਰ ਸ਼ਰਮਿੰਦਗੀ ਵਾਲੀ ਗੱਲ, ਜਿਹਨੇ ਸਾਰੀ ਦੁਨੀਆ ਦੇ ਵਿੱਚ ਭਾਰਤ ਨੂੰ ਸ਼ਰਮਿੰਦਿਆਂ ਕੀਤਾ, ਉਹ ਬਿਲਕਿਸ ਬਾਨੋ ਵਾਲੀ ਗੱਲ। 11 ਬੰਦੇ ਫੜੇ, ਰੇਪਿਸਟ ਆ, ਉਸ ਲੇਡੀ ਦੇ ਨਾਲ ਰੇਪ ਹੋਇਆ, ਸਾਰਾ ਕੁਝ ਹੋਇਆ, ਸਾਰਾ ਪਤਾ ਹੈ। ਉਹ 5 ਮਹੀਨਿਆਂ ਦੀ ਉਦੋਂ ਗਰਭਵਤੀ ਸੀਗੀ, ਜਿਸ ਤਰੀਕੇ ਨਾਲ ਹੋਇਆ, ਔਰ ਉਹ ਉਹਨਾਂ ਦੇ ਮਰਡਰ ਹੋਏ, ਉਹਦੇ 7 ਬੰਦਿਆਂ ਪਰਿਵਾਰ ਮੈਂਬਰਾਂ ਦੇ ਮਰਡਰ ਕੀਤੇ ਗਏ। ਉਹ ਮਰਡਰਰ ਸੀਗੇ, ਰੇਪਿਸਟ ਸੀਗੇ। ਉਹਨਾਂ ਨੂੰ ਸਪੈਸ਼ਲ 75ਵੇਂ ਸਾਲ ਦੇ ਉੱਤੇ, ਆਜ਼ਾਦੀ ਦੇ ਜਿਹੜਾ ਦਿਹਾੜੇ ਦੇ ਉੱਤੇ ਖਾਸ ਤੌਰ ਤੇ ਸੁਸ਼ੋਭਿਤ ਕੀਤਾ ਗਿਆ, ਔਰ ਪਾਰਟੀ ਨੇ ਢੋਲ ਵਜਾ ਕੇ, ਲੱਡੂ ਖਵਾ ਕੇ, ਮੂੰਹ 'ਚ ਮਠਿਆਈਆਂ ਪਾ ਕੇ, ਟਿੱਕੇ ਲਾ ਕੇ, ਪਾਰਟੀ ਦੇ ਬੰਦੇ ਬਾਹਰ ਆ ਕੇ, ਔਰ ਬੀਬੀਆਂ ਉਹਨਾਂ ਦੀਆਂ ਟਿੱਕੇ ਲਾ ਰਹੀਆਂ ਕਿ ਜਿਵੇਂ ਬਹੁਤ ਵੱਡਾ ਜੰਗ ਜਿੱਤ ਕੇ ਆਇਆ ਹੋਏ। ਸ਼ਰਮ 'ਚ ਡੁੱਬ ਮਰੋ। ਸਾਰੇ ਮੀਡੀਆ ਦੇ ਸਾਹਮਣੇ ਤੁਸੀਂ ਕੀ ਦਿਖਾ ਰਹੇ ਆ ਕਿ ਅਸੀਂ ਰੇਪਿਸਟਾਂ ਨੂੰ ਟਿੱਕੇ ਲਾ ਲਾ ਕੇ ਜਿਵੇਂ ਰਾਜਪੂਤ ਕੋਈ ਜੰਗ ਜਿੱਤ ਕੇ ਆਏ ਆ। ਇੱਥੇ ਹੀ ਬਸ ਨਹੀਂ, ਫਿਰ ਬਾਅਦ ਦੇ ਵਿੱਚ ਆਨਰ ਕੀਤਾ ਗਿਆ, ਗਲ ਦੇ ਵਿੱਚ ਹਾਰ ਪਾ ਕੇ, ਵੱਡੇ ਵੱਡੇ ਫੰਕਸ਼ਨ ਕਰਕੇ। ਇਹੋ ਜਿਹਾ ਮੈਨੂੰ ਦਿਖਦਾ ਟੀਵੀ ਤੋਂ ਇੰਜ ਹੋਇਆ। ਇਹ ਕੀ ਪ੍ਰਧਾਨ ਮੰਤਰੀ ਨੂੰ ਡਾਂਟਣਾ ਨਹੀਂ ਸੀ ਚਾਹੀਦਾ ਕਿ ਸ਼ਰਮ ਕਰੋ ਓਏ, ਮੇਰੇ ਸੂਬੇ ਦੇ ਲੋਕ, ਤੁਸੀਂ ਇਸ ਤਰੀਕੇ ਨਾਲ ਇੱਕ ਸਮੁਦਾਇ ਨੂੰ ਇਸ ਤਰ੍ਹਾਂ ਤੋਹੀਨ ਕਰਦੇ, ਉਹਨੂੰ ਬੇਇੱਜ਼ਤ ਕਰਦੇ ਆ। ਕੁਛ ਨਹੀਂ, ਮੂੰਹ ਨਹੀਂ ਖੁੱਲਦਾ, ਹੋਮ ਮਿਨਿਸਟਰ ਦਾ ਮੂੰਹ ਨਹੀਂ ਖੁੱਲਦਾ। ਔਰ ਅਸਲੀਅਤ ਇਹ ਹੈ ਸੁਖਵਿੰਦਰ ਕਿ ਲੋਕਾਂ ਦੀ ਵੀ ਮਾਨਸਿਕਤਾ ਇਹੋ ਜਿਹੀ ਹੋ ਗਈ, ਉਹਨਾਂ ਨੇ ਕਾਫੀ ਹੱਦ ਤੱਕ ਇਨਸਾਫ ਦੀ ਉਮੀਦ ਹੀ ਛੱਡ ਦਿੱਤੀ ਹੈ। ਨਹੀਂ ਤੇ ਜਿਸ ਢੰਗ ਨਾਲ ਹੋਇਆ ਤੇ ਵਿਰੋਧੀ ਪਾਰਟੀਆਂ ਨੇ ਤੂਫਾਨ ਚੁੱਕਿਆ ਹੋਣਾ ਸੀ ਹੁਣ ਤੱਕ। ਕਿਸੇ ਵੇਲੇ ਅੱਜ ਤੋਂ 30-40 ਸਾਲ ਪਹਿਲਾਂ ਜੇ ਹੋਰ ਕੋਈ ਵੀ ਨਾ ਹੋਵੇ ਤੇ ਜਿਹੜੀਆਂ ਖੱਬੀਆਂ ਸ਼ਕਤੀਆਂ, ਖੱਬੀਆਂ ਭਾਵੇਂ ਉਹ ਟ੍ਰੇਡ ਯੂਨੀਅਨਿਸਟ ਸੀ, ਕਿਸਾਨ ਸਭਾਵਾਂ ਸੀ, ਪਾਰਟੀਆਂ ਸੀ, ਉਹ ਹੀ ਇਹਨਾਂ ਦੀ ਖਾਟ ਖੜੀ ਕਰ ਦਿੰਦੀਆਂ ਸੀ। ਹੁਣ ਉਹ ਵੀ ਬਹੁਤ ਕਮਜ਼ੋਰ ਆ ਆਪਣੀਆਂ ਬੇਕਰਤੂਤੀਆਂ ਕਰਕੇ। ਇਸ ਕਰਕੇ ਇਸ ਵੇਲੇ ਜਿਹੜੀ ਵਿਰੋਧੀ ਪਾਰਟੀਆਂ ਕੁਛ ਤੇ ਡਰਾ ਕੇ ਘਰੇ ਬਿਠਾਤੀਆਂ ਉਹਨਾਂ ਦੇ ਲੀਡਰ, ਤੇ ਕੁਛ ਮਿਲਾ ਲੀਆਂ ਅੰਦਰ ਤਾਂ ਕਮਜ਼ੋਰ ਹੋ ਗਈਆਂ, ਕੁਛ ਨੂੰ ਮਿਲਾ ਲਿਆ। ਤੇ ਓਵਰਆਲ ਇਹ ਹਾਲਤ ਇਹ ਹੈ ਕਿ ਦਾਦਾਗਿਰੀ ਇਸ ਵੇਲੇ ਹੋਣ ਵਾਲੀ ਕੇਂਦਰੀ ਸਰਕਾਰ ਦੀ ਇੰਨੀ ਵੱਧ ਚੁੱਕੀ ਹੈ ਕਿ ਕਿਤੇ ਵੀ ਇਨਸਾਫ ਦੀ ਮਾੜੀ ਮੋਟੀ ਫਲਿਕਰ ਵੀ ਨਜ਼ਰ ਆਉਣੋਂ ਦੂਰ ਦੂਰ ਹੁੰਦੀ ਜਾ ਰਹੀ ਹੈ। ਇਹੋ ਜਿਹਾ ਜਿਹੜਾ ਹਨੇਰ ਕਾਲ ਜੇ ਇੱਥੇ ਦੇਸ਼ ਦੇ ਵਿੱਚ ਰਾਜਨੀਤਿਕ ਤੌਰ ਤੇ ਚੱਲਦਾ ਰਿਹਾ ਤਾਂ ਇਹ ਸੱਚੀ ਗੱਲ ਆ ਕਿ ਦੇਸ਼ ਨੂੰ ਇਕੱਠਾ ਰੱਖਣਾ ਮੁਸ਼ਕਲ ਹੋ ਚੁੱਕਾ। ਬਿਲਕੁਲ ਇਸੇ ਨੂੰ ਕਿਹਾ ਜਾ ਰਿਹਾ ਕਿ ਪਤਨ ਦੀਆਂ ਨਿਸ਼ਾਨੀਆਂ ਨੇ, ਜਦੋਂ ਸਾਡੀਆਂ ਸੰਸਥਾਵਾਂ ਨੂੰ ਜਿਹੜਾ ਪਿੰਜਰੇ ਦਾ ਤੂਤਾ ਬਣਾ ਕੇ ਰੱਖ ਲਿਆ ਜਾਂਦਾ ਹੈ ਤਾਂ ਫਿਰ ਇਹੀ ਨਤੀਜੇ ਨਿਕਲਦੇ ਨੇ। ਪਰ ਜਿਵੇਂ ਪ੍ਰੋਫੈਸਰ ਸਾਹਿਬ ਤੁਸੀਂ ਕਿਹਾ, ਮੀਡੀਆ ਦੇ ਵਿੱਚ ਵੀ ਕੁਝ ਧੜੇ ਦੁਆਈਆਂ ਪਾ ਰਹੇ ਨੇ ਕਿ ਲੋਕ ਚੁੱਪ ਨੇ ਇਸ ਮਸਲੇ ਦੇ ਉੱਤੇ, ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਵੀ ਚੁੱਪ ਨੇ ਇਸ ਮਸਲੇ ਦੇ ਉੱਤੇ। ਇੱਕ ਬਹੁਤ ਵੱਡਾ ਮੁਹਾਜ਼ ਖੜਾ ਹੋਣਾ ਚਾਹੀਦਾ ਸੀ। ਕੀ ਇਹ ਕਿਤੇ ਵੋਟਾਂ ਦਾ ਧਰੂਵੀਕਰਨ ਤਾਂ ਨਹੀਂ ਕਿ ਅਸੀਂ ਉਸ ਪਾਸਿਓਂ ਲਿਆ ਜਾਵੇ, ਭਾਵੇਂ ਉਹ ਜਿਹੜੀ ਮਰਜ਼ੀ ਪਾਰਟੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ ਜਾਂ ਹੋਰ ਜਿੰਨੀਆਂ ਮਰਜ਼ੀ ਖੇਤਰੀ ਪਾਰਟੀਆਂ ਹੋਣ। ਮਸਲਾ ਤਾਂ ਇੱਕ ਬਿਲਕਿਸ ਬਾਨੋ ਦਾ ਬਹੁਤ ਵੱਡਾ ਬਣ ਜਾਂਦਾ ਜੇ ਇਹਦੇ ਉੱਤੇ ਇੱਕ ਮੁਹਾਜ਼ ਖੜਾ ਕੀਤਾ ਜਾਵੇ ਤਾਂ। ਦੇਖੋ ਰਾਜਨੀਤਿਕ ਪਾਰਟੀਆਂ, ਬਿਲਕੁਲ ਤੁਸੀਂ ਸਹੀ ਕਿਹਾ, ਕਾਂਗਰਸ ਵੀ ਤੁਹਾਨੂੰ ਪਤਾ ਨਹੀਂ ਹੈ ਕਿ ਹਾਲਾਂਕਿ ਬੜੀ ਸੈਕੂਲਰ ਉਹਨਾਂ ਦੇ ਲੀਡਰ ਆ ਸੋਨੀਆ ਗਾਂਧੀ, ਤੇ ਕ੍ਰਿਸਚੀਅਨ ਹੈਗੀ ਆ ਉਹ, ਤੇ ਕੋਈ ਮੰਦਿਰ ਚ ਉਹਨੂੰ ਜਾਣਾ ਜ਼ਰੂਰੀ ਨਹੀਂ ਹੈਗਾ। ਪਰ ਰਾਹੁਲ ਕਿਉਂਕਿ ਉਹ ਇੱਥੇ ਦੇ ਹੈਗੇ ਆ, ਇਸ ਲਈ ਉਹਨਾਂ ਨੂੰ ਵੀ ਜਨੇਊ ਪਵਾਤਾ ਸੀ ਪਿੱਛੇ ਜੇ। ਯਾਨੀ ਦਬਾਅ ਇੰਨਾ ਜ਼ਿਆਦਾ, ਮੈਜੋਰਿਟੀ ਆਵਾਜ਼ ਇੰਨੀ ਜ਼ਿਆਦਾ, ਉਹਦਾ ਬੋਲਬਾਲਾ ਵੋਟਾਂ ਦੀ ਰਾਜਨੀਤੀ ਚ ਹੋ ਗਿਆ। ਉਹ ਕਹਿੰਦੇ ਘੱਟ ਗਿਣਤੀਆਂ, ਯਾਰ ਇਹਨਾਂ ਨਾਲ ਧੱਕਾ ਤੇ ਹੈ ਪਰ ਤੁਸੀਂ ਇਹਨਾਂ ਦੇ ਹੱਕ ਚ ਨਾ ਬੋਲਿਓ, ਤੁਹਾਡੀਆਂ ਵੋਟਾਂ ਗਵਾ ਜਾਣਗੀਆਂ, ਤੁਹਾਡੇ ਨਾਲ ਜਿਹੜੀ ਬਹੁ ਗਿਣਤੀ ਉਹ ਨਾਰਾਜ਼ ਹੋ ਜੂਗੀ। ਕਹਿਣ ਦਾ ਮਤਲਬ ਇਹ ਹੈ ਸੁਖਵਿੰਦਰ ਕਿ ਇੱਕ ਦੇਸ਼ ਦੇ ਅੰਦਰ ਮੈਜੋਰਿਟੀ ਮਿਨੋਰਿਟੀ, ਘੱਟ ਗਿਣਤੀ ਤੇ ਕੁਝ ਸਮੁਦਾਇ ਦੀ ਜਿਹੜੀ 80% ਆਪਣੇ ਆਪ ਨੂੰ ਕਹਿੰਦੇ 80% ਹੈ ਨਹੀਂ, ਉਹਨਾਂ ਚ ਬੜੀਆਂ ਹੋਰ ਵਖਰੇਵੇਂ, ਆਪਣੀਆਂ ਆਪਸੀ ਡਿਵੀਜ਼ਨਾਂ, ਬਹੁਤ ਕੁਛ ਹੈ, ਦਲਿਤ ਅਲੱਗ, ਆਦੀਵਾਸੀ ਅਲੱਗ, ਉਹ ਕਈ ਕੁਛ ਹੈਗੇ ਆ, ਪਰ ਉਹ ਆਪਣੇ ਆਪ ਨੂੰ ਕਲੇਮ ਕਰਦੇ ਆ। ਇਸ ਕਿਸਮ ਦਾ ਜਿਹੜੀ ਇੱਕ ਟੋਨ ਸੈੱਟ ਕਰਤੀ ਹੈ ਦੇਸ਼ ਦੀ ਰਾਜਨੀਤੀ ਦੀ ਕਿ ਬਾਕੀ ਦੇ ਚੁੱਪ ਕਰਕੇ ਜਿੱਥੇ ਜਿੱਥੇ ਬੈਠੇ ਉਹਨਾਂ ਨੂੰ ਬੈਠਣਾ ਪਊਗਾ।
ਉਹਨਾਂ 'ਚ ਖਾਸ ਜਿਹੜੀਆਂ ਦੋ ਸਮੁਦਾਇ ਟਾਰਗੇਟ ਤੇ ਸਭ ਤੋਂ ਜ਼ਿਆਦਾ ਜਿਹੜਾ ਇਮੀਡੀਏਟ ਹੈ ਉਹ ਮੁਸਲਿਮ ਸਮੁਦਾਇ ਹੈ ਔਰ ਦੂਸਰੇ ਨੰਬਰ ਤੇ ਕ੍ਰਿਸਚੀਅਨ ਜਿਹੜੇ ਇਥੋਂ ਦਾ ਈਸਾਈ ਮਤ ਹੈ ਉਹ ਟਾਰਗੇਟ ਦੇ ਉੱਤੇ ਹੈ। ਬਾਕੀ ਦਿਆਂ ਨੂੰ ਉਹ ਸਮਝਦੇ ਉਹ ਅੰਦਰਲੇ ਹੀ ਆ, ਇੱਥੋਂ ਹੀ ਪੈਦਾ ਹੋਏ, ਬੁੱਧਿਸਟ ਆ, ਸਿੱਖ ਆ ਜਾਂ ਹੋਰ ਜੈਨ ਆ, ਉਹ ਤੇ ਸਾਡੇ ਇੰਡੀਆ ਦੇ ਆਪਣੀ ਧਰਤੀ ਦੀ ਪੈਦਾਇਸ਼ ਹੈ, ਇਸ ਕਰਕੇ ਉਹ ਤੇ ਇੱਕ ਹਿੰਦੂਆਂ ਦਾ ਹੀ ਵਰਜ਼ਨ ਹੈਗਾ ਕਿ ਉਹਨਾਂ ਨੂੰ ਉਹ ਅਲੱਗ ਪੂਰਾ ਧਰਮ ਮੰਨਣ ਲਈ ਵੀ ਤਿਆਰ ਨਹੀਂ ਹੈਗੇ। ਇਸ ਕਿਸਮ ਦੀ ਇੱਕ ਆਪਣੇ ਆਪ 'ਚ ਬੜਾ ਦੂਜਿਆਂ ਦੇ ਉੱਤੇ, ਦੂਜਿਆਂ ਨੂੰ ਅਫੈਂਡ ਕਰਨ ਵਾਲਾ, ਦੂਜਿਆਂ ਨੂੰ ਨਿਰਾਸ਼ ਤੇ ਨਾਰਾਜ਼ ਕਰਨ ਵਾਲਾ ਐਟੀਟਿਊਡ ਹੈਗਾ ਉਹਨਾਂ ਦਾ, ਤੌਰ ਤਰੀਕੇ ਹੈਗੇ ਆ ਬੀਜੇਪੀ ਦੇ ਕਹੋ ਜਾਂ ਜਿਹੜੀ ਹੁਣ ਵਾਲੇ ਉਹਨਾਂ ਦੀ ਲੀਡਰਸ਼ਿਪ ਹੈ। ਪਰ ਓਵਰਆਲ ਇਹ ਗੱਲ ਤੁਹਾਡੀ ਠੀਕ ਹੈ ਕਿ ਦੇਸ਼ ਦੇ ਅੰਦਰ ਇਹੋ ਜਿਹਾ ਮਾਹੌਲ, ਉਹ ਵੀ ਪਾਰਟੀਆਂ ਨਹੀਂ ਬੋਲਦੀਆਂ ਇਸ ਮਾਹੌਲ 'ਚ। ਫਾਰ ਇੰਸਟੈਂਸ ਇਸ ਵੇਲੇ ਸਭ ਤੋਂ ਵੱਧ ਰੋਜ਼ ਜਿਹੜੀ ਕੰਟਰੋਵਰਸੀ ਆ ਲਾਲਾ ਹੋਈ ਪਈ ਆ ਕੇਜਰੀਵਾਲ ਦੀ। ਕੇਜਰੀਵਾਲ ਕਹਿੰਦਾ ਚਲੋ ਬਾਕੀ ਗੱਲਾਂ ਤੇ ਤੁਸੀਂ ਵੀ ਤੁਹਾਨੂੰ ਪਤਾ ਹੀ ਆ ਕਰ ਲਾਂਗੇ, ਪਰ ਇਸ ਮੁੱਦੇ ਦੇ ਉੱਤੇ ਦੋ ਇੰਸਟੈਂਸ ਤੇ ਹੈ ਹੀ ਆ। ਤੂੰ ਗੁਜਰਾਤ 'ਚ ਜਾਣਾ ਭਾਈ, ਹੋਰ ਰੌਲਾ ਪਾਈ ਜਾਣਾ, ਅਹਿਮਦਾਬਾਦ ਜਾ ਕੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ, ਹਲਿਆ ਲਲਿਆ ਸਾਰਾ ਕੁਝ ਹੋ ਰਿਹਾ, ਉੱਥੇ ਵੱਡਾ ਜਲੂਸ ਬਾਨੋ ਦੇ ਹੱਕ 'ਚ, ਵਿਲਖੀਸ ਬਾਨੋ ਦੇ ਹੱਕ ਵਿੱਚ ਕਿਉਂ ਨਹੀਂ ਕੱਢਿਆ ਤੁਸੀਂ? ਕਿਉਂਕਿ ਵੋਟਾਂ ਜਾਣਗੀਆਂ, ਕਿਉਂਕਿ ਉੱਥੇ ਸਰਕਾਰ ਬਣਾਉਣੀ ਆ। ਕਿਤੇ ਬਿਆਨ ਤੁਸੀਂ ਪੜ੍ਹਿਆ ਇਹਦੇ ਵੱਲੋਂ? ਇਸ ਕਰਕੇ ਇਹ ਵੀ ਉਹੀ ਚੀਜ਼ ਆ ਜਿਹਦੇ ਵਿਰੁੱਧ ਇੰਨਾ ਰੋਜ਼ ਰੌਲਾ ਪਾਉਂਦਾ, ਇਹ ਵੀ ਉਹੀ ਚੀਜ਼ ਹੈਗਾ। ਇਹ ਵੀ ਚਾਹੁੰਦਾ ਕਿ ਮੈਨੂੰ ਤਕੜਾ ਕਰ ਦਿਓ। ਪਾਰਟੀ ਇਹਦੀ ਵੀ ਕੋਈ ਨਹੀਂ, ਪਾਰਟੀ ਦੇ ਅੰਦਰ ਕਿਸੇ ਦੀ ਕੋਈ ਪੋਜੀਸ਼ਨ ਨਹੀਂ। ਜਿਸ ਨੂੰ ਉਂਗਲ ਲਾ ਕੇ ਗਲੇ ਲਾ ਲਵੇ ਕੇਜਰੀਵਾਲ, ਉਹ ਹੋ ਜਾਂਦਾ ਸਰਬ ਸ਼ਕਤੀਮਾਨ, ਔਰ ਜਿਸ ਤੇ ਇਹਦੀ ਅੱਖ ਫਿਰ ਗਈ ਉਹ ਹੁੰਦਾ ਜ਼ੀਰੋ। ਤੇ ਹੀਰੋ ਤੇ ਜ਼ੀਰੋ ਕੇਜਰੀਵਾਲ ਬਣਾਉਂਦਾ ਪਾਰਟੀ ਦੇ ਅੰਦਰ। ਪਾਰਟੀ ਦਾ ਢਾਂਚਾ ਹੀ ਨਹੀਂ ਬਣ ਦਿੰਦਾ, ਨਾ ਪਾਰਟੀ ਦਾ ਕੋਈ ਇਹੋ ਜਿਹਾ ਸਟਰਕਚਰ ਹੈ। ਆਪਣੇ ਬੰਦੇ ਚੁਣਿੰਦੇ ਰੱਖੇ ਆ, ਸੋਸ਼ਲ ਮੀਡੀਆ ਰੱਖਿਆ, ਇਹ ਰੱਖਿਆ, ਉਹ ਰੱਖਿਆ, ਉਹਦੇ ਤਰੀਕੇ ਨਾਲ ਚੱਲਦਾ। ਹੁਣ ਜਦੋਂ ਥੋੜੀ ਜਿਹੀ ਐਉਂ ਟਾਈਟ ਪੇਚਕਸ ਨਾਲ ਹੋ ਰਹੇ ਆ ਇਹ ਕੰਟਰੋਵਰਸੀ ਦੇ ਵਿੱਚ, ਤਾਂ ਉਹਨੂੰ ਸਮਝ ਨਹੀਂ ਆਉਂਦੀ ਕਿ ਉਹਦੇ ਹੱਕ 'ਚ ਆ ਕੇ ਕੌਣ ਖੜੇ ਹੋਣਗੇ। ਨਹੀਂ ਤੇ ਹੁਣ ਤੱਕ ਤੇ ਲੱਖ ਬੰਦਾ ਖੜਾ ਕੀਤਾ ਹੁੰਦਾ, ਉੱਥੇ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ, ਕਿਉਂਕਿ ਪਾਰਟੀ ਮੋਬਿਲਾਈਜ਼ ਹੋਣੀ ਹੀ ਨਹੀਂ। ਇਹ ਸਾਰੀ ਜਿਹੜੇ ਐਮਐਲਏ ਚੁਣੇ ਉਹਨਾਂ ਨੂੰ ਪਾਰਟੀ ਸਮਝਦੇ ਆ, ਉਹਨਾਂ ਨੂੰ ਅਗਲਿਆਂ ਨੇ ਚੋਗਾ ਇਹੋ ਜਿਹਾ ਪਾਇਆ ਸਵਾਦੀ ਕਿ ਉਹ ਕਹਿੰਦੇ ਆ ਕਿ ਯਾਰ ਐਸ ਛਤਰੀ ਤੇ ਬਹਿਣਾ ਜਾਂ ਹਿੱਸੇ ਤੇ ਬਹਿਣਾ, ਉਹ ਉਸ ਪਾਸੇ ਨੂੰ ਲੱਗੇ ਆ। ਕਿਉਂ ਨਹੀਂ ਵੱਡੇ ਪੱਧਰ ਤੇ ਏਡਾ ਹਮਲਾ ਇਹਦੇ ਤੇ ਹੋਇਆ? ਤੇ ਸਾਰੇ ਦਿੱਲੀ ਦੇ ਵਿੱਚ ਜਿਹੜੇ ਕਹਿੰਦਾ ਮੈਂ ਰੋਜ਼ ਇੰਨੇ ਮੇਰੇ ਨਾਲ ਆ, ਦਿੱਲੀ ਦੀ ਇੱਕ ਮਾਡਲ ਸਰਕਾਰ ਆ, ਸਾਰੀ ਦੁਨੀਆ 'ਚ ਚਲੇਗੀ, ਟਰੰਪ ਦੀ ਵਾਈਫ ਆ ਗਈ, ਫਲਾਨਾ ਆ ਗਿਆ, ਟਮਕਾਣਾ ਆ ਗਿਆ, ਇਥੋਂ ਐਡੇ ਐਡੇ ਵੱਡੇ ਉਹ ਕਲੇਮ ਕਰ ਰਿਹਾ, ਆਪਣੀ ਮਸ਼ਹੂਰੀ ਆਪ ਹੀ ਕਰਦਾ, ਜਿਵੇਂ ਪਾਪੜ ਵੇਚਣੇ ਹੁੰਦੇ ਇੰਜ ਸਰਕਾਰ ਦੀ ਮਸ਼ਹੂਰੀ ਕਰਦਾ। ਉਸ ਦਾ ਇਸ ਸਾਰੀ ਚੀਜ਼ ਦੇ ਉੱਤੇ ਇੱਕ ਸਟੈਂਡ ਬਿਲਕਿਸ ਬਾਨੋ ਉੱਤੇ ਕੀ ਆ ਘੱਟ ਨਹੀਂ। ਮੈਂ ਦੂਜੀ ਐਗਜ਼ਾਮਪਲ ਵੀ ਦੇ ਦਿੰਦਾ। 2019 ਦਸੰਬਰ ਤੇ ਜਿਹੜੀ ਦੰਗੇ ਇੱਥੇ ਹੁਣ ਹੋ ਕੇ ਹਟੇ ਆ, ਜਿਹਦੇ ਵਿੱਚ 40-50 ਲੋਕ ਮਾਰੇ ਗਏ ਸੀ, ਜਿਸ 'ਚ 10-12 ਹਿੰਦੂ ਵੀ ਸੀ, ਬਾਕੀ ਮੁਸਲਮਾਨਾਂ ਸੀ। ਉਹ ਸ਼ੁਰੂ ਮੁਸਲਮਾਨਾਂ ਦੇ ਉੱਤੇ ਹਮਲਿਆਂ ਵੱਲੋਂ ਹੋਇਆ ਸੀ, ਸ਼ਹੀਨ ਬਾਗ ਦੇ ਕੇਸ ਦੇ ਵਿੱਚ। ਉਦੋਂ ਤੁਸੀਂ ਦੱਸੋ ਫਿਰ ਉਦੋਂ ਕਿੱਥੇ ਸੀ? ਕਿਉਂ ਨਹੀਂ ਗਿਆ ਉੱਥੇ? ਜਾ ਕੇ ਵਿੱਚ ਖੜਾ ਹੋਇਆ। ਇਹਨਾਂ ਨਾਲੋਂ ਤਾਂ ਮਹਾਤਮਾ ਗਾਂਧੀ ਸੀ, ਜਿਹੜਾ ਪੱਛਮੀ ਬੰਗਾਲ ਦੇ ਕਲਕੱਤੇ ਦੇ ਵਿੱਚ ਜਾ ਕੇ ਖੜਾ ਹੋ ਗਿਆ ਸੀ, ਕਹਿੰਦਾ ਪਹਿਲਾਂ ਮੈਨੂੰ ਗੋਲੀ ਮਾਰੋ ਜੇ ਤੁਸੀਂ ਆਪਸ ਵਿੱਚ ਦੰਗੇ ਕਰਨੇ ਆ। ਇੱਕ ਕਮਿਟਮੈਂਟ ਸੀ ਬੰਦੇ ਦੀ। ਉੱਥੇ ਵੀ ਵੋਟਾਂ, ਦਿੱਲੀ ਦੀਆਂ ਹਿੰਦੂ ਮੈਜੋਰਿਟੀ ਦੀਆਂ ਵੋਟਾਂ ਨੂੰ ਬਚਾਉਣ ਲਈ ਨਹੀਂ ਖੜਾ। ਸ਼ਹੀਨ ਬਾਗ 'ਚ ਜਦੋਂ ਸੀਏਏ ਦਾ ਇੰਨਾ ਰੌਲਾ ਪਿਆ, ਇਹ ਕਿੰਨੀ ਵਾਰੀ ਸਟੇਜ ਤੇ ਜਾ ਕੇ ਬੋਲਿਆ। ਅਸੀਂ ਗਏ ਹਾਂ ਉੱਥੇ, ਅਸੀਂ ਲੰਗਰ ਵੀ ਪੰਜਾਬੀਆਂ ਨੇ ਲਾਇਆ ਹੋਇਆ ਸੀਗਾ, ਉੱਥੇ ਜਾ ਕੇ ਡਟ ਕੇ ਅਸੀਂ ਮਦਦ ਕੀਤੀ ਆ। ਸਾਡੇ ਸਾਹਿਤਕਾਰ ਗਏ, ਅਸੀਂ ਗਏ, ਹੋਰ ਲੋਕ ਗਏ, ਉਹਨਾਂ ਨੂੰ ਸ਼ਾਬਾਸ਼ ਦਿੰਦੇ। ਇਹਦੀ ਤੇ ਸਰਕਾਰ ਸੀ। ਇਹ ਜਾ ਕੇ ਇਹਨੇ ਕਿਉਂ ਨਹੀਂ ਕਿਹਾ ਵੀ ਮੈਂ ਤੁਹਾਡੇ ਲਈ ਲੰਗਰ ਲਾਉਣਾ? ਭਾਈ ਵੋਟਾਂ ਇੱਥੇ ਜੋ ਕੁਝ ਦੋ ਲੋਕ ਆਪਣੇ ਆਪ ਨੂੰ ਦਿਖਾਉਂਦੇ ਆ ਸੁਖਵਿੰਦਰ, ਉਹ ਹੈ ਨਹੀਂ। ਮੈਂ ਲਾਸਟ ਗੱਲ ਇੱਕ ਨਿੱਕੀ ਜੀ ਜ਼ਰੂਰ ਦੱਸ ਦਿਆਂ ਕਿਉਂਕਿ ਨਾਲ ਲੱਗਦੀ ਆ। ਅੱਜ ਅਸੈਂਬਲੀ ਦੇ ਵਿੱਚ ਕੇਜਰੀਵਾਲ ਜੀ ਲਾਈਵ ਹੋ ਕੇ ਬੋਲੇ, ਉਹ ਸਾਰੀ ਪੁਰਾਣੀ ਕਹਾਣੀ ਦੱਸ ਕੇ ਤੇ ਫਿਰ ਇਹ ਕਿਹਾ ਕਿ ਦਿੱਲੀ ਦੇ ਵਿੱਚ ਇੱਕ ਸੀਰੀਅਲ ਕਿਲਰ ਆਣ ਵੜਿਆ। ਮਤਲਬ ਜਿਹੜੇ ਚੋਗਾ ਪਾ ਰਹੇ ਆ ਬੀਜੇਪੀ ਦੇ ਬੰਦੇ ਆਮ ਆਦਮੀ ਦੇ ਐਮਐਲਏ ਨੂੰ, ਉਹਨੂੰ ਸੀਰੀਅਲ ਕਿਲਰ ਕਿਹਾ। ਪਹਿਲਾਂ ਉਹ ਸਾਰੀ ਇਬਾਰਤ ਪੜੀ, ਕਰਨਾਟਕਾ ਦੀ ਸਰਕਾਰ ਤੋੜੀ, ਗੋਆ ਦੀ ਤੋੜੀ, ਤ੍ਰਿਪੁਰਾ ਦੀ ਤੋੜੀ,
फिर इसे तरीके नाल वो उत्तरांचल होर अरुणाचल वो मुड़ के दोबारा रीइंस्टेट हो गईਆਂ ਸੀ क्योंकि वो गलत तोड़ियां ਸੀ। इस किस्म ਦੀਆਂ 10-11 ਸਰਕਾਰਾਂ ਉਹਨਾਂ ਨੇ ਗਣਾਈਆਂ ਔਰ ਇਹ ਗੱਲਾਂ ਉਹਨਾਂ ਦੀਆਂ ਠੀਕ ਆ ਕੇਜਰੀਵਾਲ ਦੀਆਂ ਕਿ ਬਹੁਤ ਕਹਿੰਦੇ 277 ਐਮਐਲਏ ਖਰੀਦ ਲਏ ਹੁਣ ਤੱਕ 277 ਐਮਐਲਏ ਖਰੀਦੇ ਤੇ ਉਹਨੇ ਪੈਸੇ ਜੋੜ ਕੇ ਦੱਸਿਆ ਵੀ 6000 ਤੋਂ 6000 ਕਰੋੜ ਤੱਕ ਤਕਰੀਬਨ ਪੈਸੇ ਜਿਹੜੇ ਆ ਖਰੀਦੋ ਫਰੋਖਤ ਤੇ ਐਮਐਲਏ ਤੇ ਸਰਕਾਰਾਂ ਤੋੜਨ ਤੇ ਖਰਚੇ ਗਏ ਆ ਤੇ ਹੁਣ ਕਹਿੰਦਾ ਸਾਡੀ ਸਰਕਾਰ ਦਾ ਵੀ 800 ਕਰੋੜ ਜਿਹੜਾ ਖਰਚਾ ਤੈਅ ਹੋਇਆ ਕਿਉਂਕਿ 20-20 ਕਰੋੜ ਦੇ ਨਾਲ ਉਹ ਗਿਣਦੇ ਆ ਕਿ ਉਹ 40 ਬੰਦਿਆਂ ਨੂੰ ਖਰੀਦਣਾ ਚਾਹੁੰਦੇ। ਹੁਣ ਮੀਡੀਆ ਇਹ ਪੁੱਛ ਰਿਹਾ ਵੀ ਤੁਸੀਂ ਕੰਟਰੋਵਰਸੀ ਛੇੜ ਲਈ, ਤੁਸੀਂ ਰੌਲਾ ਪਾ ਲਿਆ, ਤੁਸੀਂ ਸਰਕਾਰ ਬਚਾ ਲਈ। ਉਹ ਇਹ ਕਹਿ ਰਹੇ ਆ ਕੇਜਰੀਵਾਲ ਕਿ ਅਸੀਂ ਵੇਲੇ ਸਿਰ ਰੌਲਾ ਪਾ ਲਿਆ, ਸੀਰੀਅਲ ਕਿਲਰ ਡਰ ਗਿਆ, ਨਹੀਂ ਤੇ ਉਹ ਸਾਨੂੰ ਪਾਉਂਸ ਕਰਨ ਲਈ, ਸਾਡੇ ਤੇ ਹਮਲਾ ਕਰਨ ਲਈ ਆ ਗਿਆ ਸੀ ਸਾਨੂੰ ਮਾਰਨ ਲਈ, ਪਰ ਅਜੇ ਵੀ 800 ਕਰੋੜ ਰੁਪਈਆ ਰੱਖਿਆ ਹੋਇਆ। ਇਹ ਗੱਲਾਂ ਕਹਿ ਰਹੇ ਆ। ਤੁਸੀਂ ਕਿਉਂ ਨਹੀਂ ਦੱਸਦੇ ਉਹਨਾਂ ਬੰਦਿਆਂ ਦਾ ਫੋਨ ਨੰਬਰ? ਅਸੀਂ ਕੱਲ ਵੀ ਗੱਲ ਕੀਤੀ ਸੀ ਜਿਨ੍ਹਾਂ ਨੇ ਤੁਹਾਨੂੰ ਸਿਸੋਦੀਆ ਨੂੰ ਅਪਰੋਚ ਕੀਤਾ, ਉਹ ਅੱਜ ਵੀ ਇਹੀ ਕਹਿ ਰਹੇ ਆ ਕਿ ਕੋਈ ਮੈਂ ਅੱਜ ਵੀ ਅਸੈਂਬਲੀ 'ਚ ਇਹੀ ਬਿਆਨ ਦਿੱਤਾ ਜਿਹੜਾ ਪਹਿਲਾਂ ਵੀ ਦਿੱਤਾ ਸੀ ਉਹਨਾਂ ਨੇ, ਇਹ ਕਹਿ ਕੇ ਕਿ ਦੇਖੋ ਜੀ ਮੈਂ ਕੋਈ ਪਿਛਲੇ ਜਨਮ 'ਚ ਚੰਗਾ ਕਰਮ ਕੀਤਾ ਸੀ, ਮੇਰੀ ਚੀਫ ਮਿਨਿਸਟਰੀ ਬਚ ਗਈ, ਨਹੀਂ ਤੇ ਇਹਨਾਂ ਤੇ ਹੱਥ ਪਾ ਲਿਆ ਸੀ। ਸਿਸੋਦੀਆ ਨੂੰ ਬਣਾਉਣ ਲੱਗੇ ਸੀ, ਸਿਸੋਦੀਆ ਥੱਲੇ ਆ ਸੀ। ਉੱਥੇ ਜੀ ਉਹਨਾਂ ਨੇ ਰੇਡ ਕੀਤਾ ਜੀ, 14 ਘੰਟੇ ਕੀਤਾ ਜੀ, ਤਕੀਏ ਪਾੜਤੇ, ਸਰਾਣੇ ਪਾੜਤੇ, ਬਿਸਤਰੇ ਪਾੜਤੇ, ਕੰਧਾਂ ਨੂੰ ਛਣਕਾ ਕੇ ਦੇਖਿਆ, ਉੱਥੇ ਕੁਛ ਨਹੀਂ ਨਿਕਲਿਆ, ਕੁਛ ਨਹੀਂ ਨਿਕਲਿਆ, ਚਵੰਨੀ ਨਹੀਂ ਨਿਕਲੀ। ਇਹ ਉਹਦੇ ਸ਼ਬਦ ਆ। ਮੈਨੂੰ ਇੰਜ ਲੱਗਦਾ ਕਿ ਜਿਵੇਂ ਨਾ ਮਤਲਬ ਕਹਿਣਾ ਨਹੀਂ ਚਾਹੀਦਾ, ਮਹੱਲਿਆਂ ਦੇ ਵਿੱਚ ਲੜਾਈ ਨਹੀਂ ਹੁੰਦੀ, ਕਈ ਕਪੱਤੀਆਂ ਕਹਿਣਾ ਨਹੀਂ ਚਾਹੀਦਾ ਵੈਸੇ ਤੇ, ਪਰ ਕਿਉਂਕਿ ਸਾਡੇ ਕਲਚਰ 'ਚ ਔਰਤ ਦਾ ਨਾਂ ਲੈ ਕੇ ਇਹੋ ਜਿਹੀ ਗੱਲ ਕਹੀ ਜਾਂਦੀ ਆ, ਉਹ ਜਿਵੇਂ ਕਪੱਤੀਆਂ ਔਰਤਾਂ, ਨਹੀਂ ਤੂੰ ਨਹੀਂ, ਮੈਂ ਤੈਨੂੰ ਉੱਥੇ ਵੇਖਿਆ ਨਹੀਂ, ਤੇਰੇ ਫਲਾਣੇ ਨੂੰ ਮੈਂ ਲੜਦੀਆਂ ਦੇਖਿਆ ਪਿੰਡਾਂ ਦੇ ਵਿੱਚ ਇਹੋ ਤਰ੍ਹਾਂ ਬੜੀਆਂ ਲੜਾਕੂ, ਔਰ ਉਹਨਾਂ ਉਹ ਪ੍ਰੋਫੈਸ਼ਨਲ ਲੜਾਕੂ ਆ। ਤੇ ਇਹਦੇ ਬਾਰੇ ਇੰਜ ਕਹਿੰਦੇ ਵੀ ਉਹ ਇੱਕ ਦੋ ਔਰਤਾਂ ਇਹੋ ਜਿਹੀਆਂ ਲੜਾਕੂ ਖੜੀਆਂ ਹੋ ਗਈਆਂ, ਆਪਸ ਵਿੱਚ ਉਹਨਾਂ ਦੀ ਗੱਲਬਾਤ ਵੀ ਪੂਰੀ ਆ, ਕਮਿਊਨੀਕੇਸ਼ਨ ਵੀ ਪੂਰਾ, ਇਹ ਨਹੀਂ ਵੀ ਕੋਈ ਇੱਕ ਦੂਜੇ ਨਾਲ ਬੋਲਦੀਆਂ ਨਹੀਂ ਹੈ। ਇੱਕ ਕਹਿੰਦੀ ਆ ਭੈਣੇ ਲੜੀਏ, ਦੂਜੀ ਕਹਿੰਦੀ ਲੜੇ ਮੇਰੀ ਜੁੱਤੀ, ਉਹ ਪਹਿਲੀ ਵਾਰੀ ਫਿਰ ਕਹਿੰਦੀ ਜੁੱਤੀ ਮਾਰ ਆਪਣੇ ਖਸਮ ਦੇ, ਹੋ ਗਈ ਲੜਾਈ ਸ਼ੁਰੂ। ਮਤਲਬ ਇਹਨਾਂ ਦਾ ਜਦੋਂ ਮੈਂ ਇੱਕ ਦੂਜੇ ਵਿਰੁੱਧ, ਮੋਦੀ ਤੇ ਸਗੋਂ ਇੰਨਾ ਨਹੀਂ ਤੁਹਾਨੂੰ ਪ੍ਰਧਾਨ ਮੰਤਰੀ ਬੋਲਦੇ ਦਿਖਦੇ ਜਾਂ ਬੀਜੇਪੀ ਇੰਨਾ ਬੋਲਦੇ ਨਹੀਂ, ਉਹਨਾਂ ਦੇ ਸਪੋਕਸਮੈਨ ਬੋਲਦੇ ਆ। ਉਹ ਸਪੋਕਸਮੈਨ ਜਾਂ ਜਿਹੜੇ ਵੀ ਉਹਨਾਂ ਦੇ ਐਮਐਲਏ ਥੱਲੇ ਦਾ ਲੀਡਰਸ਼ਿਪ ਬੋਲ ਰਹੀ ਹੈ, ਉਹਦਾ ਜਵਾਬ ਇਸ ਰੂਪ ਚ ਆਉਂਦਾ। ਨਹੀਂ ਤੇ ਕੇਜਰੀਵਾਲ ਨੇ, ਜੇ ਤੁਸੀਂ ਪ੍ਰਧਾਨ ਮੰਤਰੀ ਦਾ ਚਿਹਰਾ ਬਣਨਾ, ਇੰਨੀਆਂ ਛੋਟੀਆਂ ਗੱਲਾਂ ਕਰਨ ਦੀ ਕੀ ਲੋੜ ਹੈ? ਬਹੁਤ ਛੋਟੀਆਂ ਗੱਲਾਂ। ਜੇ ਤੁਸੀਂ ਚੀਫ ਮਿਨਿਸਟਰ ਹੁੰਦਿਆਂ ਹੋਇਆਂ ਕੋਈ ਅਹੁਦਾ ਨਹੀਂ ਲਿਆ, ਜਾਨੀ ਕੋਈ ਕੰਮ ਨਹੀਂ ਲਿਆ, ਕੋਈ ਡਿਪਾਰਟਮੈਂਟ ਦਾ ਕੰਮ ਨਹੀਂ ਲਿਆ, ਤਾਂ ਕਿ ਕਿਤੇ ਦਸਤਖਤ ਨਾ ਕਰਨੇ ਪੈਣ, ਤਾਂ ਕਿ ਮੈਂ ਹਮੇਸ਼ਾ ਮਿਸਟਰ ਕਲੀਨ ਰਹਾਂ, ਕੋਈ ਜ਼ਿੰਮੇਵਾਰੀ ਨਹੀਂ ਲਈ, ਮੈਂ ਇੰਜ ਕਹੋ ਤੁਸੀਂ ਗੈਰ ਜ਼ਿੰਮੇਵਾਰ ਚੀਫ ਮਿਨਿਸਟਰ, ਤਾਂ ਫਿਰ ਤੁਸੀਂ ਘੱਟੋ ਘੱਟ ਇੰਨਾ ਸ਼ੋਰ ਪਾਉਣ ਦੀ ਕੀ ਲੋੜ ਹੈਗੀ ਆ? ਉਹ ਵੀ ਜ਼ਿੰਮੇਵਾਰੀ ਕਿਸੇ ਸੋਸ਼ਲ ਮੀਡੀਆ ਨੂੰ, ਆਪਣੇ ਸਪੋਕਸਮੈਨ ਨੂੰ, ਬਾਕੀ ਦੇ ਨੂੰ ਦੇ ਛੱਡੋ। ਆ ਲਓ ਇੱਕ ਨਵੀਂ ਕੰਟਰੋਵਰਸੀ ਚੱਲੀ, ਉਹ ਅੱਜ ਦੀ ਕੰਟਰੋਵਰਸੀ ਹੈ। ਕਹਿੰਦੇ ਆ ਇੱਕ ਪਾਸੇ ਮਨਜਿੰਦਰ ਸਿੰਘ ਸਰਸਾ, ਇੱਕ ਪਾਸੇ ਇਹਨਾਂ ਦਾ ਮਲਵਿੰਦਰ ਸਿੰਘ ਕੰਗ, ਇਹ ਵੀਡੀਓ ਘੁੰਮ ਰਹੀ ਹੈ। ਜਿਹੜਾ ਮਨਜਿੰਦਰ ਸਰਸਾ ਜਿਹੜਾ ਬੀਜੇਪੀ ਚ ਅਕਾਲੀਆਂ ਚ ਚਲਾ ਗਿਆ, ਉਹ ਕਹਿੰਦਾ ਜੀ ਇਹ ਕਦੀ ਵੀ ਕੇਜਰੀਵਾਲ ਨੇ ਕਹਿਤਾ ਵੀ ਤੁਸੀਂ ਕਦੀ ਵੀ ਜਿਹੜੀ ਰੈਵਨਿਊ, ਸ਼ਰਾਬ ਦੇ ਰੈਵਨਿਊ ਦੀ ਮਾਲੀਆ ਆਉਣ ਦੀ ਪਾਲਿਸੀ, ਉਹਦੇ ਤੇ ਗੱਲ ਨਹੀਂ ਕਰਨੀ, ਉੱਤੇ ਅਸੀਂ ਫਸ ਜਾਾਂਗੇ। ਇਹ ਉਹਨਾਂ ਤੇ ਦੋਸ਼ ਆ। ਕਹਿੰਦਾ ਕਾਰਨ ਜਦੋਂ ਸਰਕਾਰੀ ਸ਼ਰਾਬ ਵਿਕਦੀ ਸੀ ਆ ਪ੍ਰਾਈਵੇਟ ਵਾਲੀ ਤੋਂ ਬਾਅਦ, ਜਿਹੜੀ ਇਹਨਾਂ ਨੇ ਵਾਪਸ ਲੈ ਲਈ ਤੇ ਹੁਣ ਫਿਰ ਸਰਕਾਰੀ ਸ਼ਰਾਬ ਵੇਚਣੀ ਸ਼ੁਰੂ ਕਰਤੀ, ਦਿੱਲੀ ਦੇ ਵਿੱਚ ਪਾਲਿਸੀ ਵਾਪਸ ਲਈ ਹੈ। ਕਹਿੰਦਾ ਜਿਹੜੀ ਪਹਿਲੀ ਸਰਕਾਰੀ ਸ਼ਰਾਬ ਸਰਕਾਰੀ ਦੁਕਾਨਾਂ ਤੇ ਵੇਚਦੀ ਸੀ, ਉਹਦੇ ਚ ਬੋਤਲ ਦੀ ਕੀਮਤ ਸੀ, ਇਹ ਛਪਿਆ ਹੋਇਆ ਜਗਬਾਣੀ ਚ, ਕਹਿੰਦਾ ਉੱਥੋਂ ਮੈਂ ਕੋਟ ਕਰ ਰਿਹਾ, ਬੋਤਲ ਦੀ ਕੀਮਤ ਸੀ 166 ਰੁਪਏ ਤੇ ਐਕਸਾਈਜ਼ ਸੀ 188 ਰੁਪਏ। ਕਹਿੰਦਾ ਹੁਣ ਜਦੋਂ ਪ੍ਰਾਈਵੇਟ ਹੋ ਗਈ ਤੇ ਬੋਤਲ ਦੀ ਕੀਮਤ ਹੋ ਗਈ 329 ਰੁਪਏ ਤੇ ਐਕਸਾਈਜ਼ ਦੀ 8 ਰੁਪਏ। ਫਿਰ ਗਾਂ ਇੱਕ ਲੰਮੀ ਕਹਾਣੀ ਪਾ ਕੇ ਉਹ ਦੱਸਦਾ ਵੀ ਇਹਨਾਂ ਨੇ ਜਿਹੜੇ ਠੇਕੇਦਾਰ ਆ ਉਹਨਾਂ ਨੂੰ 329 ਰੁਪਏ ਦਾ ਫਾਇਦਾ ਕੀਤਾ, ਔਰ ਉਹ ਪੈਸੇ ਜਿਹੜੇ ਆ ਜਿਹੜੇ ਠੇਕੇਦਾਰਾਂ ਨੂੰ ਫਾਇਦਾ ਕੀਤਾ ਵੱਡੇ ਪੱਧਰ ਤੇ ਸਰਕਾਰੀ ਐਕਸਾਈਜ਼ ਦੇ ਕੱਟ ਕੇ, ਉਹਦੀ ਸਾਰੀ ਇਨਕੁਆਇਰੀ ਚੱਲ ਰਹੀ ਆ। ਇਹਦਾ ਜਵਾਬ ਮਲਵਿੰਦਰ ਕੰਗ ਨੇ ਨਹੀਂ ਦਿੱਤਾ। ਮੈਂ ਖੁਦ ਉਹ ਸਾਰਾ ਕੰਟਰੋਵਰਸੀ ਇੱਕ ਅਹਿਮ ਚੈਨਲ ਦੇ ਉੱਤੇ
ਉਹਨਾਂ ਨੂੰ ਜੋੜਿਆ ਹੋਇਆ ਸੀ। ਉਹ ਰੌਲਾ ਪਾ ਕੇ ਜਿਸ ਤਰ੍ਹਾਂ ਕੇਜਰੀਵਾਲ ਦਵਾਈ ਹਾਲ ਦਵਾਈ, ਉਹ ਸਾਨੂੰ ਮਾਰਨਾ ਚਾਹੁੰਦੇ ਆ, ਉਹ ਪੈਸਾ ਖਾ ਗਏ, ਉਹ ਅਡਾਨੀ ਅੰਬਾਨੀ ਨੂੰ ਕਰਨਾ ਚਾਹੁੰਦੇ, ਇਹ ਸਾਰੀਆਂ ਗੱਲਾਂ ਠੀਕ ਆ। ਅਡਾਨੀ ਅੰਬਾਨੀ ਦਾ 10 ਲੱਖ ਕਰੋੜ ਰੁਪਈਆ ਜਾਂ ਇਹਨਾਂ ਲੋਕਾਂ ਦਾ ਮਾਫ ਕੀਤਾ। ਕੇਂਦਰ ਕੋਈ ਭਲਾ ਮਾਨਸ ਨਹੀਂ, ਕੇਂਦਰ ਨੇ ਮਹਿੰਗਾਈ ਵੀ ਵਧਾਈ ਹੈ, ਸਾਰਾ ਕੁਝ ਕੀਤਾ, ਟੈਕਸ ਵੀ ਲੈਂਦੇ, GST ਵੀ ਕਰਦੇ, ਸਾਰਾ ਇਹ ਕੇਜਰੀਵਾਲ ਨੇ ਵੀ ਸਾਰਾ ਰੌਲਾ ਅਸੈਂਬਲੀ ਚ ਪਾਇਆ। 17 ਮਿੰਟ ਦੀ ਉਹਦੀ ਸਪੀਚ ਹੈਗੀ ਆ। ਪਰ ਉਹ ਸਾਰਿਆਂ ਦੇ ਬਾਵਜੂਦ ਤੁਸੀਂ ਤੇ ਉਹਨਾਂ ਨਾਲੋਂ ਕੋਈ ਤਕੜੇ ਸਿਆਣੇ ਸਮਝਦਾਰ ਇਮਾਨਦਾਰ ਤੇ ਦਿਖੋ ਨਾ। ਤੁਹਾਡੀ ਪਾਰਟੀ ਕਿੱਥੇ? ਤੁਸੀਂ ਕਿਹਨੂੰ ਚੱਕ ਕੇ ਬਾਹਰ ਮਾਰਿਆ ਝੂਠ ਬੋਲ ਕੇ ਅੱਜ ਤੱਕ? ਹੁਣ ਵੀ ਸਵਾਏ ਕੇਜਰੀਵਾਲ ਨੂੰ ਮਾਈਨਸ ਕਰ ਦਿਓ ਇਸ ਪਾਰਟੀ ਚੋਂ, ਪਿੱਛੇ ਕੀ ਬਚਦਾ ਮੈਨੂੰ ਦੱਸਣ। ਕੌਣ ਹੈ ਇਹਨਾਂ ਦਾ ਸੈਕੰਡ ਹੈਂਡ ਲੀਡਰ? ਕੌਣ ਚਲਾਊ ਪਾਰਟੀ ਨੂੰ? ਸਾਰਾ ਕੁਝ ਛਾਜੇ ਨੇ ਆਪਣੇ ਪਿੱਛੇ ਬੰਨਿਆ। ਤੇ ਜਦੋਂ ਹੁਣ ਹਮਲਾ ਹੋ ਰਿਹਾ, ਕਿਉਂਕਿ ਪਾਰਟੀ ਦੀ ਲੀਡਰਸ਼ਿਪ ਨੂੰ ਥੱਲੇ ਉੱਗਣ ਨਹੀਂ ਦਿੱਤਾ, ਤੇ ਸਿੱਧਾ ਆਪ ਜਵਾਬ ਦੇ ਰਿਹਾ ਵੀ ਤੂੰ ਫਿਰ ਇੱਥੇ ਪ੍ਰਧਾਨ ਮੰਤਰੀ ਬਣ ਜਾਏਗਾ ਭਾਈ। ਇੰਜ ਤੁਸੀਂ ਲੜ ਕੇ ਕੁੱਕੜ ਖੇ ਅਡਾਈ ਤੇ ਆਪਣੇ ਸਿਰ ਵਿੱਚ ਪਾਈ। ਸਾਰੀਆਂ ਇਹਨਾਂ ਦੇ ਜਿਹੜੀ ਕੇਂਦਰੀ ਸਰਕਾਰ ਜਾਂ BJP ਦੀ ਸਾਰਾ ਕ੍ਰਿਟਿਸਿਜ਼ਮ ਠੀਕ ਹੈ, ਮੈਂ ਕੋਈ ਉਹਨੂੰ ਬਿਲਕੁਲ ਨਹੀਂ ਡਿਫੈਂਡ ਕਰ ਰਿਹਾ, ਉੱਥੇ ਬੜੀ ਦਾਦਾਗਿਰੀ ਹੈਗੀ ਆ। ਪਰ ਤੁਸੀਂ ਉਹਨਾਂ ਨਾਲ ਵਧੀਆ ਕਿਵੇਂ ਹੋਗੇ? ਉਹਨਾਂ ਦਾ ਇੱਕ ਵਿਕਲਪ ਕਿਵੇਂ ਹੋਗੇ? ਸਾਨੂੰ ਤਾਂ ਦੱਸੋ ਨਾ, ਸਮਝਾਓ ਨਾ। ਤੁਹਾਡੇ ਕੋਲ ਉਹਨਾਂ ਨਾਲੋਂ ਬੈਟਰ ਪ੍ਰੋਗਰਾਮ ਕਿਹੜਾ? ਹੁਣ ਆਪਣਾ ਢੋਲ ਵਜਾ ਕੇ ਰੋਜ਼ ਉਸ ਗੱਲ ਦਾ, ਕਿੰਨੀ ਪਤਾ ਨਹੀਂ, ਮੇਰੇ ਤੇ ਕੰਨ ਪੱਕ ਗਏ ਆ ਸਾਡੇ ਜੀ। ਉਹ ਮੁਹੱਲਾ ਕਲੀਨਿਕ, ਉਹ ਜੀ ਟਰੰਪ ਦੀ ਵਾਈਫ ਆ ਕੇ ਵਿੱਚ, ਉਹ ਦੇਖੋ ਜਾਨੀ ਇੰਜ ਕਰਕੇ। ਉਧਰੋਂ ਉਸੇ ਤਰੀਕੇ ਨਾਲ ਸਾਡੇ ਪ੍ਰਧਾਨ ਮੰਤਰੀ ਆ, ਐਉਂ ਤਾੜੀ ਮਾਰ ਕੇ, ਕੌਣ ਹੈ ਦੱਸੋ? ਉਂਝ ਹੀ ਇਹ ਕਰ ਰਿਹਾ, ਇਹਦੀ ਦੂਜਾ ਸਟਾਈਲ ਹੈਗਾ। ਮੈਨੂੰ ਤੇ ਸੁਣ ਕੇ ਮਜ਼ਾ ਵੀ ਆਉਂਦਾ ਵੀ ਇਹ ਚਲੋ ਕੁੱਕੜ ਲੜਾਈ ਦੇਖੀ ਚੱਲੋ। ਪਰ ਜਿਸ ਤਰੀਕੇ ਨਾਲ ਇਹ ਆਪਣੇ ਆਪ ਨੂੰ ਪੇਸ਼ ਕਰਦੇ ਆ ਕਿ ਸਾਡੇ ਨਾਲੋਂ ਵੱਡਾ ਦੇਸ਼ ਭਗਤ ਕੋਈ ਨਹੀਂ, ਉਹ ਇਹ ਕਹਿ ਰਹੇ ਆ ਕੇਜਰੀਵਾਲ ਵੀ, ਇਹ ਦੇਸ਼ ਧਰੋਹੀ ਹੈ ਸਾਰੇ, ਹਮ ਦੇਸ਼ ਭਗਤ ਹੈ, ਹਮਸੇ ਬੜਾ ਦੇਸ਼ ਭਗਤ ਕੌਣ? ਭਈ ਆਪ ਹੀ ਮੋਹਰਾਂ ਲਾਈ ਚੱਲੋ। ਕੱਟੜ ਦੇਸ਼ ਭਗਤ, ਕੱਟੜ ਇਮਾਨਦਾਰ, ਇਹ ਕੇਜਰੀਵਾਲ ਦੀ ਭਾਸ਼ਾ। ਇਹ ਵੀ ਕੱਟੜਵਾਦ ਕੀ ਹੁੰਦਾ, ਨया ਕਿੱਥੋਂ ਆ ਗਿਆ? ਬੜਾ ਯਾਰ ਦੇਸ਼ ਦੇ ਵਿੱਚ ਇੰਨੀ ਬੁਰੀ ਹਾਲਤ ਕਰਤੀ ਆਮ ਬੰਦੇ ਦੀ, ਤੇ ਸਿਰ ਵੀ ਨੀਵਾ ਹੁੰਦਾ ਸਾਡਾ ਸ਼ਰਮ ਦੇ ਨਾਲ ਵੀ ਕਿੱਥੇ। ਪਰ ਸਾਨੂੰ ਫਿਰ ਵੀ ਇਹ ਮਾਣ ਵੀ ਹੈ ਕਿ ਘੱਟੋ ਘੱਟ ਅਜੇ ਤੱਕ ਸੁਖਵਿੰਦਰ ਤੁਹਾਨੂੰ ਮੈਨੂੰ ਗੱਲਾਂ ਕਰਨ ਦੀ ਇਜਾਜ਼ਤ ਹੈ। ਪਤਾ ਨਹੀਂ ਕਿੰਨੇ ਕੁ ਦਿਨ ਕਰ ਹੋਣੀਆਂ, ਫਟਾਫਟ ਕਰ ਲਓ ਜਿੰਨੀਆਂ ਹੁੰਦੀਆਂ। ਹਾਂਜੀ, ਵੈਸੇ ਇੱਕ ਗੱਲ ਤਾਂ ਹੈ, ਦਰਸ਼ਕਾਂ ਨੇ ਵੀ ਇਸ ਗੱਲ ਨੂੰ ਸਮਝਿਆ ਹੋਣਾ ਕਿ ਆਮ ਆਦਮੀ ਪਾਰਟੀ ਦੀ ਕੋਈ ਨੁਕਤਾਚੀਨੀ ਨਹੀਂ, ਕਿਉਂਕਿ ਮੁਲਕ ਭਰ ਦੇ ਵਿੱਚ ਇੱਕ ਬਦਲਾਅ ਦੀ ਆਵਾਜ਼ ਹੈ। ਲੋਕ ਕਹਿੰਦੇ ਨੇ ਕਿ ਬਦਲਾਅ ਆਵੇ, ਪਰ ਬਦਲਾਅ ਉਹ ਜਿਹੜਾ ਲੋਕ ਚਾਹੁੰਦੇ ਨੇ, ਇਹ ਨਹੀਂ ਕਿ ਭਾਵੇਂ ਉਹ ਕੇਜਰੀਵਾਲ ਸਾਹਿਬ ਬਣ ਜਾਣ ਜਾਂ ਰਾਹੁਲ ਗਾਂਧੀ ਅੱਗੇ ਆ ਜਾਣ। ਲੋਕ ਕਹਿੰਦੇ ਨੇ ਕਿ ਤੁਸੀਂ ਬਾਹਰਲੇ ਮੁਲਕਾਂ ਦੀਆਂ ਰੀਸਾਂ ਕਰਦੇ ਹੋ, ਘੱਟੋ ਘੱਟ ਆਪਣੇ ਮੁਲਕ ਨੂੰ ਸਾਂਭ ਲਓ। ਤੁਸੀਂ ਸਾਨੂੰ ਬਾਹਰ ਦੇ ਸੁਪਨੇ ਦਿਖਾਉਂਦੇ ਹੋ, ਤੁਸੀਂ ਸਾਡੇ ਮੁਲਕ ਨੂੰ ਸਾਂਭੋ, ਸਾਡੇ ਬੱਚੇ ਬਾਹਰ ਨਾ ਜਾਣ। ਅਰਵਿੰਦ ਕੇਜਰੀਵਾਲ ਹੋਰਾਂ ਤੋਂ ਉਮੀਦਾਂ ਤਾਂ ਬਹੁਤ ਨੇ, ਪਰ ਜੇ ਉਸੇ ਢੰਗ ਦੀ ਸਿਆਸਤ ਨਵੇਂ ਤਰੀਕੇ ਦੇ ਨਾਲ ਕਰਨੀ ਆ, ਬਹੁਤ ਤਿੱਖੇ ਤਰੀਕੇ ਨਾਲ ਕਰਨੀ ਹੈ, ਤਾਂ ਫਿਰ ਨੁਕਤਾਚੀਨੀ ਤਾਂ ਹੋਏਗੀ, ਤੁਹਾਨੂੰ ਜਵਾਬਦੇਹ ਬਣਾਇਆ ਜਾਏਗਾ। ਮੈਂ ਪ੍ਰੋਫੈਸਰ ਸਾਹਿਬ ਹੁਣ ਗੱਲ ਕਰਨ ਲੱਗਿਆ ਕਾਂਗਰਸ ਦੀ। ਇਹ ਕਹਿੰਦੇ ਸੀ ਕਿ ਭਾਰਤ ਜੋੜੋ ਯਾਤਰਾ ਸ਼ੁਰੂ ਕਰਨੀ ਹੈ। ਉਧਰੋਂ ਕਾਂਗਰਸ ਦੇ ਵਿੱਚ ਕਾਂਗਰਸ ਤੋੜੋ ਵਾਲਾ ਮਿਸ਼ਨ ਚੱਲ ਰਿਹਾ, ਗੁਲਾਮ ਨਬੀ ਆਜ਼ਾਦ ਛੱਡ ਕੇ। ਮੈਨੂੰ ਰਾਹੁਲ ਗਾਂਧੀ ਦਾ ਉਹ ਬਿਆਨ ਚੇਤੇ ਆਉਂਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ RSS ਦੇ ਸਾਡੇ ਵਿੱਚ ਘੁਸਪੈਠ ਕਰ ਚੁੱਕੇ ਨੇ ਜਾਂ ਸਾਡੇ ਵਿੱਚ ਨੇ, ਉਹ ਉਹਨਾਂ ਦੀ ਗੋਦੀ ਦੇ ਵਿੱਚ ਜਾ ਕੇ ਬਹਿ ਜਾਣ, ਸਾਨੂੰ ਉਹਨਾਂ ਦੀ ਕੋਈ ਲੋੜ ਨਹੀਂ। ਤੇ ਕੀ ਲੱਗਦਾ ਕਿ ਇਹ ਕੀ ਵਾਕਈ RSS ਦੀ ਇੱਕ ਚਾਲ ਚੱਲੀ ਜਾ ਰਹੀ ਹੈ ਇਹਦੇ ਵਿੱਚ, ਜਾਂ ਫਿਰ ਕਾਂਗਰਸ ਦਾ ਪਤਨ ਕਾਂਗਰਸ ਆਪ ਹੀ ਹੈ? ਇਹ ਦੱਸੋ ਵੀ ਜਿਹੜੇ ਪੰਜਾਬ ਦੇ ਫਾਰਮਰ ਕਾਂਗਰਸ ਦੇ 5 ਮਿਨਿਸਟਰ ਜਾ ਕੇ ਬਹਿ ਗਏ ਉੱਥੇ ਉਹਨਾਂ ਦੀ ਗੋਦੀ 'ਚ, ਤੇ ਅੱਜ ਥੋੜੀ ਬਹੁਤ ਗੱਲ ਵੀ ਹੋ ਰਹੀ ਸੀ ਇੱਕ ਇਹਨਾਂ ਦੇ ਪਹਿਲਾਂ ਦੇ ਪ੍ਰਧਾਨ ਵੱਲੋਂ, ਸੁਨੀਲ ਜਾਖੜ ਵੱਲੋਂ, ਉਹ ਵੀ ਬਿਆਨ ਦੇ ਰਹੇ ਸੀ ਵੀ ਇੰਜ ਮਾੜਾ ਆ ਮਾੜਾ, ਉੱਥੇ ਜੀ ਚਾਪਲੂਸਰ ਹੋ ਗਿਆ ਜੀ, ਉੱਥੇ ਜੀ ਕੋਟਰੀ ਆ ਜੀ, ਉੱਥੇ ਕਿਜਨ ਕੈਬਨਿਟ ਨੇ ਘੇਰ ਲਿਆ ਰਾਹੁਲ ਨੂੰ, ਸਾਨੂੰ ਪਾਰਟੀ ਵਾਲਿਆਂ ਨੂੰ ਕੋਈ ਜਗ੍ਹਾ ਨਹੀਂ ਫਲਾਣਾ। ਉਹ ਜਿਹੜੀਆਂ ਮੌਜਾਂ ਕੀਤੀਆਂ ਹੁੰਦੀਆਂ, ਹੁਣ ਉਸ ਤਰ੍ਹਾਂ ਦੀਆਂ ਮੌਜਾਂ ਪਹਿਲਾਂ ਉੱਥੇ ਨਹੀਂ ਹੁੰਦੀਆਂ ਹੋਣੀਆਂ। ਉਹ ਕੰਮ ਕਹਿੰਦੇ ਹੋਣੇ, ਕਹਿੰਦੇ ਕੰਮ ਸਾਡੀ ਅਸੀਂ ਨਹੀਂ ਕਰਦੇ, ਕੰਮ ਸਾਡੇ ਕੋਈ ਹੋਰ ਥੱਲੇ ਵਾਲੇ ਜਿਹੜੇ ਕਰਨ, ਅਸੀਂ ਤੇ ਹੁਣ ਵੱਡੇ ਲੀਡਰ ਹੋ ਗਏ ਆ। ਇਸ ਕਿਸਮ ਦੀ ਇੱਕ ਅੰਦਰੂਨੀ ਗੱਲ ਹੈਗੀ। ਹੁਣ ਮੈਨੂੰ ਤੇ ਨਹੀਂ ਸਮਝ ਪੈਂਦੀ ਕਿ ਇਹ ਜਿਹੜੀ ਇੱਕ ਦੂਜੀ ਕੰਟਰੋਵਰਸੀ ਕੇਜਰੀਵਾਲ ਵਰਸਸ BJP ਜਾਂ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ, ਇਹ ਜਿਹੜੀ ਚੱਲੀ ਰਹਿੰਦੀ ਇੱਥੇ ਕਿ ਇੰਜ ਕਰਤਾ, ਉਹਦੇ ਵਿੱਚ ਉਹ ਇਹਨਾਂ ਦੀ ਸਪੇਸ ਵੀ ਖਾਈ ਜਾਂਦੇ ਆ। ਜਿਹੜੀ ਇਹਨਾਂ ਤੇ ਲੋਕਾਂ ਨੇ ਜਾਂ ਲੋਕਾਂ ਦੀ ਸੋਚ ਵਿੱਚ ਇੱਕ ਗੱਲ ਚੱਲਣੀ ਸੀ, ਇਹ ਵੀ ਇੱਕ ਗੱਲ ਹੈਗੀ ਹੈ
ਕਿ ਇੰਨਾ ਰੌਲਾ ਪਾ ਕੇ ਦੂਜੇ ਪਾਸੇ ਰੱਖੋ ਕਿ ਕਾਂਗਰਸ ਨੂੰ ਲੋਕਾਂ ਦੀ ਬਹਿਸ ਦਾ ਮੁੱਦਾ ਹੀ ਨਾ ਬਣ ਦਿਓ, ਉਹਨਾਂ ਦੀ ਕੋਈ ਆਵਾਜ਼ ਨੂੰ ਲੋਕ ਡਿਸਕਸ ਹੀ ਨਾ ਕਰਨ। ਇੱਕ ਤੇ ਇਹ ਗੱਲ। ਦੂਜੀ ਗੱਲ ਜਿਹੜੀ ਅੰਦਰੂਨੀ ਗੱਲ ਹੈ ਕਿ ਤੁਹਾਨੂੰ ਗੁਲਾਮ ਨਬੀ ਆਜ਼ਾਦ, ਮੇਰਾ ਖਿਆਲ ਜਿਸ ਦਿਨ ਇਹਨਾਂ ਦੇ 6 ਸਾਲ ਹੋ ਗਏ ਸੀ ਰਾਜ ਸਭਾ ਦੇ ਵਿੱਚ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਇੱਕ ਫੰਕਸ਼ਨ ਹੋਇਆ ਸੀ, ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਖਾਸ ਥਾਪੜਾ ਦਿੱਤਾ ਸੀ। ਮੈਂ ਕਿਹਾ ਲਓ ਜੀ, ਇਹਦਾ ਕੰਮ ਹੋ ਗਿਆ ਜੇ। ਤੇ ਉਹ ਕੰਮ ਹੋ ਗਿਆ, ਉਹ ਹੋਣਾ ਹੀ ਸੀ। ਇਹ ਵੀ ਤਾਰੀਫਾਂ ਕਰ ਰਿਹਾ ਸੀ ਪ੍ਰਧਾਨ ਮੰਤਰੀ ਦੀਆਂ ਉੱਤੇ ਕਾਫੀ। ਹਾਂ, ਇਸ ਕਰਕੇ ਹੋਰ ਵੀ ਕਈ ਹੋਣਗੇ ਜਿਹੜੇ ਜਿਸ ਤਰ੍ਹਾਂ 5 ਇੱਥੋਂ ਚਲੇ ਗਏ ਤੇ ਹੋਰ ਅਜੇ ਕਈ ਬਿਸਤਰਾ ਬੰਨ ਕੇ ਚਲੇ ਜਾਣਗੇ। ਕਿਉਂ? ਉਹਨਾਂ ਨੂੰ ਉਹ ਜਿਹੜੀ ਇਹਨਾਂ ਦੀਆਂ ਫਾਈਲਾਂ ਇਸ ਤਰ੍ਹਾਂ ਪਈਆਂ ਹੋਈਆਂ ਉੱਥੇ, ਉਹ ਐਵੇਂ ਮਾੜਾ ਜਿਹਾ ਮਿੱਟੀ ਜੀ ਝਾੜ ਕੇ ਕਹਿੰਦੇ ਫਾਈਲ ਹੈ ਤੇ ਪੁਰਾਣੀ, ਪਰ ਇਹ ਤੇ ਸਾਰਾ ਕੁਝ ਪੜਿਆ ਜਾਂਦਾ ਵੀ ਆਹ ਫਾਈਲ ਦੇਖ ਲਓ, ਵੀ ਜਾਂ ਤੇ ਜੇਲ੍ਹ 'ਚ ਚਲੇ ਜਾਓ ਜਾਂ ਸਾਡੇ ਨਾਲ ਆ ਜਾਓ। ਉਹ ਕਹਿੰਦੇ ਆ ਵੀ ਚਲੋ ਇਹ ਸੌਖਾ ਕੰਮ ਆ, ਵੀ ਇਹ ਵੇਲਾ ਕੱਢ ਜਾਓ ਜਿਹੜਾ ਤੂਫਾਨ ਜਿਹਾ ਚੜਿਆ, ਕੀ ਪਤਾ ਕੱਲ ਨੂੰ ਕਿਹੜਾ ਰਾਜਾ ਹੋਣਾ, ਫੇਰ ਕਿਤੇ ਆ ਜਾਾਂਗੇ ਘੁੰਮ ਫਿਰ ਕੇ ਸੈਰ ਕਰਕੇ ਤੇ ਇੱਕ ਵਾਰੀ ਆਪਣੀ ਖੱਲ ਬਚਾਓ। ਬਹੁਤੇ ਤੇ ਮੈਨੂੰ ਇੰਜ ਲੱਗਦਾ ਕਿ ਉਸ ਡਰ ਚੋਂ, ਉਸ ਜਿਹੜਾ ਪਹਿਲਾਂ ਸੁੱਖ ਤੇ ਰੁਤਬੇ ਸੀਗੇ ਉਹਦੇ ਚੋਂ ਉਹ ਨਹੀਂ ਇੱਥੇ ਲੱਗ ਰਹੇ ਕਿ ਹੁਣ ਮਿਲ ਰਹੇ, ਕੰਮ ਕਰਨਾ ਪੈ ਰਿਹਾ ਕਾਂਗਰਸ ਨੂੰ ਬਚਾਉਣਾ। ਮਲਾਈ ਖਾ ਲਈ ਆ, ਚੱਲਿਆ ਨਹੀਂ ਜਾਂਦਾ, ਆਦਤਾਂ ਵਿਗੜ ਗਈਆਂ, ਤੇ ਹੁਣ ਫਿਰ ਉਸੇ ਆਦਤਾਂ ਦੇ ਨਾਲ ਬੀਜੇਪੀ ਹੀ ਇੱਕ ਜਗ੍ਹਾ ਬਚੀ ਹੈ ਜਿੱਥੇ ਮਾੜਾ ਮੋਟਾ ਆਰਾਮ ਮਿਲ ਸਕਦਾ। ਕਾਂਗਰਸ ਦੇ ਵਿੱਚ ਹੁਣ ਨਹੀਂ। ਉਹ ਤੇ ਪਿੱਛੇ ਜੇ ਮੁਜ਼ਾਹਰਾ ਵੀ ਕੀਤਾ, ਉਹ ਆਪਣੀ ਪ੍ਰਿਯੰਕਾ, ਤੁਹਾਨੂੰ ਪਤਾ ਉਹ ਕਿਵੇਂ ਉੱਤੇ ਛਾਲਾ ਮਾਰ ਕੇ ਜਾਂਗਲੇ ਜਿਹੇ ਦੇ ਉੱਪਰ ਉਹਦੀ ਕਰ, ਮਤਲਬ ਹੁਣ ਤੁਹਾਨੂੰ ਲੜਾਈ ਦਾ ਵੇਲਾ ਹੈ। ਤੇ ਜਦੋਂ ਇਹ ਤੇ ਮਲਾਈਆਂ ਖਾਣ ਵਾਲੇ ਆ, ਲੜਨ ਵਾਲੇ ਥੋੜੀ ਹੈ। ਮੈਂ ਕੋਈ ਕਾਂਗਰਸ ਦਾ ਵਕੀਲ ਨਹੀਂ ਹੈਗਾ। ਅੰਦਰੂਨੀ ਬਹੁਤ ਪ੍ਰੋਬਲਮਾਂ ਹੋਣਗੀਆਂ, ਲੀਡਰਸ਼ਿਪ ਦੀਆਂ ਪ੍ਰੋਬਲਮਾਂ ਹੋਣਗੀਆਂ, ਢਾਂਚੇ ਦੀਆਂ ਪ੍ਰੋਬਲਮਾਂ ਹੋਣਗੀਆਂ, ਉਹ ਹੈ ਵੀ ਰੈਗੂਲਰ ਚੋਣਾਂ ਨਹੀਂ ਹੁੰਦੀਆਂ, ਉਹ ਪ੍ਰੋਬਲਮਾਂ ਹੋਣਗੀਆਂ। ਪਰ ਭਈ ਸਵਾਲ ਤੇ ਇਹ ਹੁੰਦਾ ਕਿ ਤੁਸੀਂ ਪਾਰਟੀ ਦੇ ਅੰਦਰ ਰਹਿ ਕੇ ਜਦੋਂ ਪਾਰਟੀ ਡੁੱਬ ਰਹੀ ਉਹਨੂੰ ਬਚਾਉਣਾ, ਕਿ ਤੁਸੀਂ ਛੱਡ ਕੇ ਸ਼ਿਪ ਜਿਹੜੇ ਜਿਸ ਤਰ੍ਹਾਂ ਚੂਹੇ ਪਹਿਲਾਂ ਹੀ ਭੱਜ ਲੈਂਦੇ ਆ ਜਦੋਂ ਕੋਈ ਜਹਾਜ਼ ਪਾਣੀ ਸਮੁੰਦਰ 'ਚ ਡੁੱਬਣ ਲੱਗਦਾ, ਤੁਸੀਂ ਤੇ ਚੂਹਿਆਂ ਵਾਂਗੂ ਪਹਿਲਾਂ ਹੀ ਭੱਜ ਲਏ ਆ। ਇਹ ਤੇ ਫਿਰ ਕੋਈ ਬਹਾਦਰੀ ਨਹੀਂ, ਤੁਹਾਡੀ ਪਾਰਟੀ ਨਾਲ ਲਾਇਲਟੀ ਨਹੀਂ, ਤੁਸੀਂ ਐਵੇਂ ਗੱਪਾਂ ਮਾਰਦੇ ਆ। ਤੁਹਾਨੂੰ ਆਪਣੇ ਸੁੱਖ ਦੇ ਨਾਲ ਪਿਆਰ ਆ, ਨਾ ਕਿ ਪਾਰਟੀ ਦੀ ਸੋਚ ਤੇ ਪਾਰਟੀ ਦੇ ਨਾਲ ਪਿਆਰ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਪ੍ਰੋਫੈਸਰ ਫ੍ਰੀਬੀਜ਼ ਦੇ ਉੱਤੇ ਸੁਣਵਾਈ ਹੋਈ ਆ ਤੇ ਮੇਰੇ ਧਿਆਨ 'ਚ ਮੈਂ ਨਾਲ ਖਬਰ ਜੋੜਦਿਆਂ, ਕੱਲ ਆਪਾਂ ਰਹਿ ਗਏ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਬੀਬੀਆਂ ਨੂੰ ਲੈ ਕੇ ਕਹਿੰਦੇ ਕਿ 1000 ਰੁਪਏ ਨੂੰ ਲੈ ਕੇ ਧਰਨਾ ਲਾਇਆ ਸੀ। ਬੀਬੀ ਪ੍ਰਨੀਤ ਕੌਰ, ਸੱਚੀ ਮੈਂ ਕਿਸੇ ਤੇ ਹੱਸਣਾ ਨਹੀਂ ਚਾਹੀਦਾ, ਲੋਕ ਕਹਿਣਗੇ ਹੱਸੀ ਜਾਂਦੇ ਆ, ਪਰ ਅਸਲੀਅਤ ਇਹ ਆ ਕਿ ਉਹ 1000 ਰੁਪਇਆ ਮੰਗ ਰਹੀ ਸੀ। ਮੈਨੂੰ ਇਉਂ ਲੱਗਦਾ ਸੀ ਵੀ ਅਜੇ ਤੇ 6 ਮਹੀਨੇ ਵੀ ਨਹੀਂ ਹੋਏ ਕੈਪਟਨ ਸਾਹਿਬ ਨੂੰ ਪਰਾਂ ਹੋਇਆ, ਵੀ ਹਾਲਤ ਇਹ ਹੋ ਗਈ ਆ ਵੀ 1000 ਰੁਪਏ ਦੀ ਵੀ ਲੋੜ ਪੈ ਗਈ ਪ੍ਰਨੀਤ ਕੌਰ ਨੂੰ। ਅਜੇ ਤੇ MP ਵੀ ਹੈ, ਇਸ ਲਈ ਉਹ ਐਨ ਅੱਗੇ ਹੋ ਕੇ ਸਭ ਤੋਂ ਨਾਅਰੇ ਲਾ ਰਹੀ ਸੀ। ਬੀਬੀਆਂ ਬਹੁਤ ਇਕੱਠੀਆਂ ਕੀਤੀਆਂ ਉਹਨਾਂ ਨੇ, ਇਹ ਚੰਗੀ ਗੱਲ ਆ। ਤੇ ਉਹ ਤੇ ਕਹਿਣਗੇ ਵੀ ਸਾਨੂੰ ਦਿਓ ਹੁਣ ਤੁਸੀਂ ਸਾਡੇ ਜਿਹੜੇ 1000 ਰੁਪਇਆ ਵਾਅਦਾ ਕੀਤਾ ਸੀਗਾ। ਹੁਣ ਇਹ ਸਾਰਿਆਂ ਨੂੰ ਰਿਓੜੀਆਂ ਵਾਲੀ ਗੱਲ ਹੋ ਰਹੀ ਹੈ, ਵੀ ਫਲਾਣੇ ਨੂੰ ਰਿਓੜੀਆਂ ਦੇਤੀਆਂ, ਉਹਨੇ ਰਿਓੜੀਆਂ ਦੇਤੀਆਂ। ਇਹ ਸਾਰੀ ਕੰਟਰੋਵਰਸੀ ਬੜੀ ਚੱਲੀ ਹੈ। ਇਹ ਹੈਗੀਆਂ ਰਿਓੜੀਆਂ ਹੀ 12,000 ਕਰੋੜ ਰੁਪਇਆ ਦੇਣਾ ਪੈਣਾ ਬੀਬੀਆਂ ਨੂੰ, ਥੋੜਾ ਪੈਸਾ ਨਹੀਂ ਹੈ। 18,000 ਕਰੋੜ ਬਿਜਲੀ ਦਾ ਜਾ ਰਿਹਾ, ਤੇ ਇਹਦਾ ਮਤਲਬ 18 + 12 30,000 ਕਰੋੜ ਤੇ ਸਿੱਧਾ ਹੀ ਆ। ਬਾਕੀ ਤੁਸੀਂ ਸੋਚ ਲਓ ਬਾਕੀ ਕਿਤੇ ਕਿਤੇ ਹੋਰ ਦੇਣਾ। ਅਜੇ ਮੁਫਤ ਬਿਜਲੀ, ਅਜੇ ਮੁਫਤ ਪੜ੍ਹਾਈ ਦੇਣੀ ਆ, ਮੁਫਤ ਸਿਹਤ ਸੇਵਾਵਾਂ ਦੇਣੀਆਂ, ਮੁਫਤ ਪਤਾ ਨਹੀਂ ਗੱਡੀਆਂ ਦੇ ਝੂਠੇ ਵੀ ਆ ਚੱਲ ਰਹੇ। ਇਹ ਸਾਰਾ ਕੁਝ ਮੁਫਤ ਅਜੇ ਹੋਰ ਕਿੱਥੇ ਤੱਕ ਚੱਲਣਾ। ਇਹ ਵਾਕਿਆ ਹੀ ਔਖੀ ਗੱਲ ਹੈਗੀ ਹੈ ਕਿ ਤੁਸੀਂ ਦੇਸ਼ ਨੂੰ ਇੰਜ ਚਲਾਓ। ਜਿੱਥੋਂ ਦੇਖੋ ਸਾਡੇ ਸੰਵਿਧਾਨ 'ਚ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਗਰੀਬਾਂ ਲਈ, ਜਾਣੀ ਗਰੀਬ ਜਾਣੀ ਜਿਹੜੇ ਜਿਨ੍ਹਾਂ ਨੂੰ ਦਬਾ ਕੇ ਰੱਖਿਆ ਗਿਆ ਇਤਿਹਾਸ ਦੇ ਵਿੱਚ, ਉਹ 'ਚ ਕੌਣ ਆ? ਦਲਿਤ ਹੈਗੇ ਆ, ਉਹ ਵੀ ਜਿਹੜੇ ਖਾਸ ਕਰਕੇ ਗਰੀਬ ਦਲਿਤ ਆ, ਜਿਹੜੇ ਮਜ਼ਦੂਰ ਦਲਿਤ ਆ, ਜਿਹੜੇ IAS ਬਣ ਗਏ, ਉਹਨਾਂ ਨੂੰ ਤੁਸੀਂ ਇੱਕ ਪਾਸੇ ਰੱਖ ਲਓ, ਤੇ ਕਰੀਮੀ ਲੇਅਰ ਹੈਗੀ। ਇਸੇ ਤਰੀਕੇ ਨਾਲ ਜਿਹੜੇ ਤੁਹਾਡੇ ਆਦੀਵਾਸੀ ਹੈਗੇ, ਫਿਰ ਘੱਟ ਗਿਣਤੀਆਂ 'ਚ ਕਈ ਬਹੁਤ ਕਨਵਰਟ ਹੋਏ, ਜਿਸ ਤਰ੍ਹਾਂ ਈਸਾਈ ਮਤ ਵਿੱਚ ਬਹੁਤ ਸਾਰੇ ਆਦੀਵਾਸੀਆਂ 'ਚ ਤੇ ਦਲਿਤਾਂ 'ਚੋਂ ਕਨਵਰਟ ਹੋ ਗਏ, ਪਰ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ। ਵੀ ਉਹਨਾਂ ਦਾ ਬਾਤ ਕੌਣ ਪੁੱਛੂਗਾ? ਉਹਨਾਂ ਨੇ ਕਿਹੜਾ ਪਾਪ ਕੀਤਾ? ਧਰਮ ਤੁਹਾਨੂੰ ਹਿੰਦੂ ਧਰਮ ਨਹੀਂ ਚੰਗਾ ਲੱਗਾ, ਉਹ ਦੂਜੇ ਪਾਸੇ ਚਲੇ ਗਏ। ਫਿਰ ਉਹਨਾਂ ਨੇ ਵੀ ਤੇ ਇਸ ਦੇਸ਼ ਦੇ ਵਿੱਚ ਕੋਈ ਜਗ੍ਹਾ, ਤੇ ਉਹਨਾਂ ਨੂੰ 4 ਰੋਟੀਆਂ ਤੇ ਰੁਜ਼ਗਾਰ ਚਾਹੀਦਾ ਕਿ ਨਹੀਂ? ਸਿਰ ਤੇ ਛੱਤ ਚਾਹੀਦੀ ਨਹੀਂ ਕੋਈ। ਇਸ ਤਰ੍ਹਾਂ ਹੀ ਮੁਸਲਮਾਨ ਬਹੁਤ ਗਰੀਬ ਆ, ਬਹੁਤ ਪਛੜੇ ਹੋਏ ਆ। ਉਹਨਾਂ 'ਚ ਕੁਝ ਕਾਰੀਗਰ ਸੀ, ਉਹ ਕਾਰੀਗਰੀ ਵੀ ਪੁਰਾਣੀ ਖਤਮ ਹੋ ਗਈ। ਉਹ ਵੀ ਬਹੁਤ ਵੱਡੀ ਗਿਣਤੀ 'ਚ ਦਲਿਤਾਂ 'ਚੋਂ ਕਨਵਰਟ ਹੋਏ ਬਣੇ ਹੋਏ ਆ।
ਉਹਨਾਂ ਦੀ ਕੋਈ ਪੁੱਛਗਿੱਛ ਨਹੀਂ, ਕਿਉਂਕਿ ਉਹ ਤੇ ਜੀ ਮੁਸਲਮਾਨ ਹੋ ਗਏ, ਇਸ ਲਈ ਉੱਥੇ ਕੋਈ ਜਾਤ ਨਹੀਂ, ਇਸ ਕਰਕੇ ਉਹਨਾਂ ਨੂੰ ਹੁਣ ਕੋਈ ਰਿਜ਼ਰਵੇਸ਼ਨ ਦਾ ਬੈਨੀਫਿਟ ਨਹੀਂ ਮਿਲੂ। ਪਰ ਬੰਦੇ ਤੇ ਹੈ ਕਿ ਉਹਨਾਂ ਨੂੰ ਤੁਸੀਂ ਬੰਦੇ ਹੀ ਨਹੀਂ ਸਮਝਦੇ। ਉਹਨਾਂ ਦਾ ਕੀ ਤੁਹਾਡੇ ਕੋਲ, ਉਹਨਾਂ ਨੂੰ ਉੱਪਰ ਚੁੱਕਣ ਲਈ ਕੀ ਹੈ? ਇਸ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹ ਟਾਰਗੇਟਡ ਸਬਸਿਡੀਜ਼ ਹੋਣ, ਉਹਨਾਂ ਨੂੰ ਪੜ੍ਹਾ ਲਿਖਾ ਕੇ ਇੱਕ ਬਰਾਬਰ ਦਾ ਜੀਵਨ ਕਿਵੇਂ ਮੁਹੱਈਆ ਕਰਾਇਆ ਜਾਏ, ਉਹ ਇੱਕ ਸੰਵਿਧਾਨ 'ਚ ਲਿਖਿਆ ਹੋਇਆ ਵੀ ਹੈ, ਔਰ ਸਰਕਾਰਾਂ ਦੀ ਉਹ ਪ੍ਰਾਇੋਰਟੀ ਇੱਕ ਸਭ ਤੋਂ ਪਹਿਲਾ ਫਰਜ਼ ਵੀ ਹੈ। ਨਹੀਂ ਤੇ ਸ਼ਰਮ 'ਚ ਡੁੱਬਣ ਵਾਲੀ ਗੱਲ ਹੈ ਕਿ 75 ਸਾਲ ਤੋਂ ਬਾਅਦ ਅਜੇ ਵੀ 25% ਲੋਕ ਅਨਪੜ੍ਹ ਹੋਣ, ਇੰਨੀ ਗਰੀਬੀ ਹੋਵੇ, ਲੋਕਾਂ ਨੂੰ 2 ਡੰਗ ਦੀ ਰੋਟੀ ਨਾ ਮਿਲਦੀ ਹੋਵੇ, ਇੰਨੀ ਬੇਰੁਜ਼ਗਾਰੀ ਹੋਵੇ, ਤੇ ਕਿਹੜੀ ਤੁਹਾਡੀ ਆਜ਼ਾਦੀ ਹੈ ਬਈ? ਕਿਹੜੇ ਤੁਸੀਂ ਝੰਡੇ ਚੱਕੀ ਜਾਂਦੇ, ਹਰ ਘਰ 'ਚ ਤਿਰੰਗਾ ਲਾਈ ਜਾਂਦੇ, ਉਹਦੇ ਨਾਲ ਰੋਟੀ ਮਿਲ ਜੂਗੀ, ਰੁਜ਼ਗਾਰ ਮਿਲ ਜੂਗਾ? ਤੇ ਇਸ ਲਈ ਲੋਕਾਂ ਦਾ ਥੱਲੇ ਥੱਲੇ ਗੁੱਸਾ ਤੇ ਬਹੁਤ ਹੈਗਾ। ਪਰ ਆ ਜਿਹੜੀਆਂ ਰਿਉੜੀਆਂ ਪ੍ਰਧਾਨ ਮੰਤਰੀ ਕਹਿੰਦਾ, ਉਹ ਦੂਜਿਆਂ ਲਈ ਤੇ ਠੀਕ ਹੈ, ਜਿਵੇਂ ਕੇਜਰੀਵਾਲ ਜੋ ਪ੍ਰਧਾਨ ਮੰਤਰੀ ਲਈ ਕਹਿੰਦਾ ਉਹ ਵੀ ਠੀਕ ਕਹਿੰਦਾ, ਦੂਜਿਆਂ ਲਈ ਤੇ ਠੀਕ ਹੈ, ਪਰ ਤੁਸੀਂ ਵੀ ਤੇ ਉਹ ਕੁਝ ਕਰਦੇ। ਸਹੀ ਗੱਲ, ਤੁਸੀਂ ਕਿਉਂ ਨਹੀਂ ਕਾਨੂੰਨ ਬਣਾਉਂਦੇ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋ? ਜੋ ਮੈਂ ਕਹਿ ਰਿਹਾ ਇਹਦੇ ਆਧਾਰ ਤੇ ਕੋਈ ਕਾਨੂੰਨ ਬਣਾ ਕੇ ਕਿਉਂ ਨਹੀਂ ਲਿਆਉਂਦੇ? ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਦੀ ਕੋਈ ਸਪੈਸ਼ਲ ਕਮੇਟੀ ਬਣਾ ਕੇ ਰਿਫਾਰਮ ਕੀਤੇ ਜਾਣ, ਔਰ ਜਿਹੜਾ ਵੀ ਇਹੋ ਜਿਹਾ ਅਨਾਉਂਸ ਕਰਦਾ ਉਹਨੂੰ ਕਹੋ ਖਬਰਦਾਰ, ਅਸੀਂ ਤੇਰੀ ਜਿਹੜੀ ਸੀਟ ਹੈ ਇਲੈਕਸ਼ਨ ਹੈ ਉਹ ਕੈਂਸਲ ਕਰਾਂਗੇ, ਅਸੀਂ ਦੁਬਾਰਾ ਇਲੈਕਸ਼ਨ ਕਰਾਵਾਂਗੇ ਜੇ ਤੁਸੀਂ ਇਸ ਤਰ੍ਹਾਂ ਕੀਤੀ, ਤੁਹਾਡੀ ਪਾਰਟੀ ਦੀ ਰਿਕੋਗਨੀਸ਼ਨ ਜਿਹੜੀ ਕੈਂਸਲ ਕਰ ਦਿਆਂਗੇ ਜੇ ਤੁਸੀਂ ਇਹੋ ਜਿਹੀ ਬਦਮਗਜੀ ਕੀਤੀ। ਤੇ ਸਖਤ ਹੋਵੇ, ਜ਼ਰੂਰ ਇੱਥੇ ਸੁਧਾਰ ਹੋਊਗਾ। ਔਰ ਦੂਸਰਾ, ਬਰਾਬਰ ਦੇ ਮੌਕੇ ਸਾਰਿਆਂ ਨੂੰ ਦਿੱਤੇ ਜਾਣ ਇਲੈਕਸ਼ਨ ਲੜਨ ਦੇ ਔਰ ਇੱਥੇ ਦੇਸ਼ ਦੇ ਵਿੱਚ ਜੀਣ ਦੇ, ਉਹ ਵੀ ਸੁਧਾਰਾਂ ਦਾ ਹਿੱਸਾ ਹੋ ਸਕਦਾ। ਰਾਈਟ ਟੂ ਰੀਕਾਲ, ਜਿਹੜੇ ਗਲਤ ਬੰਦੇ ਸਾਡੇ ਕੋਲ ਗਲਤੀ ਨਾਲ ਚੁਣੇ ਗਏ ਉਹਨਾਂ ਨੂੰ ਦੁਬਾਰਾ ਖਿੱਚ ਕੇ ਪਿੱਛੇ ਲਿਆਂਦਾ ਜਾਏ। ਇਹ ਈਜ਼ੀਲੀ ਕੀਤਾ ਜਾ ਸਕਦਾ ਕਿ ਅਸੀਂ ਉਹਨਾਂ ਨੂੰ ਵਾਪਸ ਬੁਲਾਉਂਦੇ ਹਾਂ, ਸਾਲ ਬਾਅਦ ਉਹਨਾਂ ਕੰਮ ਕੁਛ ਨਹੀਂ ਕੀਤਾ, ਗੱਪਾਂ ਮਾਰ ਕੇ ਉੱਥੇ ਬਹਿ ਗਿਆ, ਤੇ ਅਸੀਂ ਨਹੀਂ ਉਹਨਾਂ ਨੂੰ ਹੁਣ ਜਿਹੜਾ 4 ਸਾਲ ਹੋਰ ਸਾਡੇ ਸਿਰ ਦੇ ਉੱਤੇ ਭੁੜਕਣ ਦੇਣਾ। ਇਹ ਸਾਰੀਆਂ ਗੱਲਾਂ ਸੁਖਵਿੰਦਰ ਇਹ ਕਰਨੀਆਂ ਜ਼ਰੂਰੀ ਹੈ ਜੇ ਪ੍ਰਧਾਨ ਮੰਤਰੀ ਸੱਚੀ ਮੁੱਚੀ ਸੰਜੀਦਾ ਹੈਗੇ ਆ, ਤੇ ਕੋਈ ਨਵੀਂ ਕਿਸਮ ਦੇ ਸੁਧਾਰ ਇਲੈਕਸ਼ਨ ਕਮਿਸ਼ਨ ਦੀ ਕਾਰਵਾਈ 'ਚ ਵੀ ਲੈ ਕੇ ਆਉਣ, ਔਰ ਦੇਸ਼ ਦੇ ਅੰਦਰ ਵਾਕਿਆ ਹੀ ਇਹ ਜਿਹੜਾ ਮੁਫਤਖੋਰੇ ਪੈਦਾ ਕਰਨਾ, ਵੋਟਾਂ ਖਰੀਦਣੀਆਂ, ਸਰਕਾਰੀ ਖਜ਼ਾਨੇ ਤੇ ਨਾਂ ਤੇ ਵੋਟਾਂ ਖਰੀਦਣੀਆਂ। ਇਹਨਾਂ ਕੋਲ ਬੀਬੀਆਂ ਗਈਆਂ ਸੀਗੇ ਸਾਨੂੰ ਮੁਫਤ ਝੂਟੇ ਦਿਓ, ਬੱਸਾਂ ਦੇ ਸਰਕਾਰੀ ਬੱਸਾਂ ਦਾ ਪੱਠਾ ਬਿਠਾਤਾ ਉੱਥੇ। ਇੰਪਲਾਈਜ਼ ਨੂੰ ਹੁਣ ਤਨਖਾਹ ਮਿਲਣੀ ਮੁਸ਼ਕਲ ਹੋਈ ਆ, ਪੈਨਸ਼ਨਰ ਉਹਨਾਂ ਨੂੰ ਤਨਖਾਹ ਮਿਲਣੀ ਮੁਸ਼ਕਲ। ਜਾਂ ਫਿਰ ਤੁਸੀਂ ਪੈਸਾ ਦਿਓ, ਪੈਸਾ ਤੁਹਾਡੇ ਕੋਲ ਹੈ ਨਹੀਂ ਤੇ ਤੁਸੀਂ ਵੱਡੀਆਂ ਅਨਾਉਂਸਮੈਂਟਾਂ ਤਾਈਆਂ, ਤੇ ਫਿਰ ਹੁਣ ਪ੍ਰਨੀਤ ਕੌਰ ਉਹਨੂੰ ਆਪ ਨਹੀਂ ਸੀ ਪੈਸਾ ਚਾਹੀਦਾ, ਮੈਂ ਲਾਈਟਰ ਰੇਂਜ 'ਚ ਕਹਿ ਰਿਹਾ ਸੀ, ਪਰ ਉਹ ਸਾਰੀਆਂ ਬੀਬੀਆਂ ਜਿਹੜੀਆਂ ਪਿੱਛੇ ਝੰਡੇ ਲੈ ਕੇ ਖੜੀਆਂ ਸੀ ਉਹਨਾਂ ਨੂੰ ਤੇ ਪੈਸਾ ਚਾਹੀਦਾ, ਤੇ ਤੁਸੀਂ ਪੈਸਾ ਦਿਓ। ਠੀਕ ਕਹਿ ਰਹੀਆਂ ਕਿ ਬਥੇਰਾ ਟਾਈਮ ਹੋ ਗਿਆ, ਹੁਣ ਸਾਡਾ ਨਹੀਂ ਚੁੱਲ੍ਹਾ ਚੱਲਦਾ, ਸਾਨੂੰ ਜਿਹੜਾ 1000 ਰੁਪਇਆ ਹਰ ਮਹੀਨੇ ਦਿਓ। ਇਹ ਰਿਓੜੀਆਂ ਕਹਿਣਾ ਸੌਖਾ, ਵੰਡਣੀਆਂ ਬੜੀਆਂ ਔਖੀਆਂ। ਆਖਰੀ ਖਬਰ ਪ੍ਰੋਫੈਸਰ ਸਾਹਿਬ ਕਿ ਇੱਕ ਤਾਂ ਜਿਹੜਾ ਪੰਜਾਬ ਦੇ ਵਿਗੜੇ ਹੋਏ ਢਾਂਚੇ ਨੂੰ ਲੈ ਕੇ ਇੱਕ ਰਿਪੋਰਟ ਪੰਜਾਬੀ ਟ੍ਰਿਬਿਊਨ ਚਰਨਜੀਤ ਸਿੰਘ ਭੁੱਲਰ ਹੋਰਾਂ ਨੇ ਨਸ਼ਰ ਕੀਤੀ ਹੈ, ਉਹ ਵੀ ਚਰਚਾ ਮੰਗਦੀ ਹੈ। ਦੂਜਾ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਚਾਅ ਦੇ ਨਾਲ ਫੇਸਬੁੱਕ ਤੇ ਜਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕਿ ਅਸੀਂ ਜੀ ਟਾਟਾ ਸਟੀਲ ਦੇ ਨਾਲ ਸਮਝੌਤਾ ਕਰ ਲਿਆ, 2600 ਕਰੋੜ ਦਾ ਕੋਈ ਪ੍ਰੋਜੈਕਟ ਲਾਉਣਗੇ ਪੰਜਾਬ ਦੇ ਵਿੱਚ, ਉਹਦੇ ਨਾਲ ਰੁਜ਼ਗਾਰ ਮਿਲੇਗਾ। ਉਸ ਤੋਂ ਅੱਗੇ ਦੀ ਗੱਲ ਲੋਕ ਪੁੱਛਦੇ ਨੇ ਕਿ ਰੁਜ਼ਗਾਰ ਕਿਸ ਤਰ੍ਹਾਂ ਦਾ ਮਿਲੇਗਾ? ਕਿਤੇ ਉੱਥੇ ਉਹੀ ਤਾਂ ਨਹੀਂ ਕਿ ਉਹ 10-15 ਹਜ਼ਾਰ ਤੇ ਕੋਈ ਸਿਕਿਉਰਿਟੀ ਲੱਗ ਗਿਆ, ਕੋਈ ਕੁਝ ਲੱਗ ਗਿਆ, ਕੀ ਉਹਦੇ ਨਾਲ ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ? ਜਿਹੜੀ ਮੋਨਟੇਕ ਸਿੰਘ ਆਹਲੂਵਾਲੀਆ ਕਮਿਸ਼ਨ ਦੀ ਰਿਪੋਰਟ ਸੀ ਕਿ ਇੰਨੇ ਕੁ ਪੈਸਿਆਂ ਨਾਲ ਗੁਜ਼ਾਰਾ ਹੋ ਜਾਂਦਾ। ਨਹੀਂ ਉਹ ਤੁਹਾਡੀ ਗੱਲ ਤੁਸੀਂ ਪੁਰਾਣੀ ਜਾਣੀ ਉਹ ਉਂਗਲੀ ਲਾ ਰਹੇ ਆ ਮਨਟੇਕ ਸਿੰਘ ਆਹਲੂਵਾਲੀਆ ਨੂੰ 15-20 ਰੁਪਏ ਨਾਲ ਉਹ ਕਹਿ ਰਹੇ ਸੀ ਉਹ ਹੋ ਜਾਂਦਾ। ਤੇ ਸੁਖਵਿੰਦਰ ਇਹ ਨਾ ਕਾਰਪੋਰੇਟ ਜਦੋਂ ਕਹਿੰਦੇ ਕਿ ਮੈਂ ਇੰਨੀ ਇਨਵੈਸਟਮੈਂਟ ਕਰਨੀ ਚਾਹੁੰਦਾ, ਪਹਿਲਾਂ ਤੇ ਇਹੋ ਜਿਹੇ MOU ਤੁਹਾਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਫਟਾਫਟ ਬੰਬੇ ਗਏ ਸੀਗੇ, ਤੇ ਪਤਾ ਨਹੀਂ ਕਿੰਨੀ ਵਾਰੀ ਸੁਖਬੀਰ ਸਿੰਘ ਬਾਦਲ ਨੇ MOU ਲਿਖੇ, ਕੋਈ ਕਹਿੰਦਾ ਜੀ 3 ਲੱਖ ਕਰੋੜ ਦੇ ਵਾਅਦੇ ਹੋ ਗਏ, ਕੋਈ ਕਹਿੰਦਾ ਜੀ 2.5 ਲੱਖ ਕਰੋੜ, ਇਹ ਤੇ ਅਜੇ ਪਤਾ ਨਹੀਂ 3600 ਜਾਂ 2600 ਕਰੋੜ ਜਿੰਨਾ ਕੁ ਵੀ ਇਹ ਕਹਿ ਰਹੇ ਟਾਟਾ ਸਟੀਲ ਦਾ, ਕੁਛ ਵੀ ਨਹੀਂ। ਸਟੀਲ ਇੱਥੇ ਕਿੱਥੇ ਆ ਮੈਨੂੰ ਦੱਸੋ? ਬਾਹਰੋਂ ਆਊਗਾ, ਉਹ ਕਾਹਦੇ ਨਾਲ ਕਰਨਾ, ਪਾਵਰ ਕਿੰਨੀ ਲੱਗਣੀ ਆ, ਕੋਲਾ ਕਿੱਥੋਂ ਆਉਣਾ, ਤੇ ਉਹ ਇੱਥੇ ਫੈਕਟਰੀ ਕਿਉਂ ਲੱਗੂਗੀ? ਟਾਟਾ ਸਟੀਲ ਦੀ ਇਹ ਫੈਕਟਰੀ ਦੀ ਜਗ੍ਹਾ ਹੈਗੀ ਆ? ਪਹਿਲਾਂ ਇਹ ਬੰਦਾ ਪੁੱਛੇ। ਟਮਾਟਰਾਂ ਦੀ ਕੈਚਅਪ ਤੇ ਬਣ ਸਕਦੀ ਆ, ਤੇ ਆਲੂਆਂ ਦੇ ਚਿਪਸ ਤੇ ਬਣ ਸਕਦੇ, ਉਹ ਤੇ ਸਾਨੂੰ ਸਮਝ ਪੈਂਦੀ ਆ। ਦੁੱਧ ਦਾ ਕੁਛ ਨਾ ਕੁਛ ਬਣਾ ਸਕਦੇ ਆ, ਕੁਛ ਨਾ ਕੁਛ ਤੁਸੀਂ ਇਹੋ ਜਿਹੇ ਕੰਮ ਤੇ ਕਰ ਸਕਦੇ ਜਿਹੜੇ ਖੇਤੀ ਨਾਲ ਸੰਬੰਧਿਤ ਹੈ। ਤੁਹਾਡੇ ਕੋਲ ਮਿਨਰਲਸ ਕਿੱਥੇ ਹੈਗੇ ਇੱਥੇ? ਕਿੱਥੋਂ ਜਾ ਕੇ ਝਾਰਖੰਡ ਤੋਂ ਤੁਹਾਡਾ ਪਹਿਲਾਂ ਰॉ ਸਟੀਲ ਇੱਥੇ ਲੈ ਕੇ ਆਉਣਗੇ ਫਿਰ ਕਰਨਗੇ। ਹਾਂ, ਸਟੀਲ ਇੰਡਸਟਰੀ ਤੁਹਾਡੀ ਮੰਡੀ ਗੋਬਿੰਦਗੜ੍ਹ 'ਚ ਹੈਗੀ, ਉਹਨੂੰ ਚਲਾਉਂਦੇ ਕਿਉਂ ਨਹੀਂ ਪਈ?
ਚਲਾਓ ਚੱਜ ਨਾਲ, ਜਿੰਨੀ ਕੁ ਵੀ ਚੱਲ ਸਕਦੀ ਆ, ਅੱਧੀ ਬੰਦ ਪਈ ਹੋਈ ਆ। ਇਸ ਲਈ ਜਿਹੜੇ ਤੁਹਾਡੇ ਕੋਲ ਆਲਰੇਡੀ ਸਾਧਨ ਹੈਗੇ ਆ ਉਹਨਾਂ ਨੂੰ ਹੋਰ ਠੀਕ ਠਾਕ ਕਰਕੇ ਚਲਾਓ। ਜੇ ਟਾਟਾ ਸਟੀਲ ਆਉਂਦਾ, ਉਹ ਪੰਜਾਬ ਦੀ ਸੇਵਾ ਨਹੀਂ ਕਰਨ ਆ ਰਹੇ, ਇਹ ਜਮਸ਼ੇਦ ਜੀ ਟਾਟਾ ਨਹੀਂ ਆ ਪੁਰਾਣੇ, ਉਹ ਤੇ ਆਪਣੇ ਕਬਜ਼ੇ ਕਰਨ ਆ ਰਹੇ, ਆਪਣੇ ਪ੍ਰੋਫਿਟ ਬਣਾਉਣ ਆ ਰਹੇ ਆ। ਤੇ ਜੇ ਤੇ ਉਹ ਵਾਕਿਆ ਹੀ 10,000 ਲੋਕਾਂ ਨੂੰ 20,000 ਲੋਕਾਂ ਨੂੰ ਕੋਈ ਨੌਕਰੀ ਦੇ ਰਹੇ ਆ, ਉਹ ਵੀ ਲੋਕਲ ਲੋਕਾਂ ਨੂੰ, ਉਹਦੇ ਚ ਵੀ ਕੋਈ ਹੈ ਨਹੀਂ ਇਹੋ ਜਿਹਾ ਪ੍ਰੋਵੀਜ਼ਨ ਵੀ ਲੋਕਲ ਨੂੰ ਦੇਣਗੇ। ਕਿਉਂ ਲੋਕਲ ਨੂੰ ਦੇਣਗੇ? ਵੀ ਉਹਨਾਂ ਨੂੰ ਤੇ ਜਿਹੜਾ ਸਸਤਾ ਮਿਲੂਗਾ ਉਹਨੂੰ ਲਾਉਣਗੇ। ਤੇ ਪਹਿਲਾਂ ਲੁਧਿਆਣੇ ਚ ਬਥੇਰੀ ਰੁਜ਼ਗਾਰ ਹੈਗਾ, ਕਿੰਨਾ ਕੁ ਪੰਜਾਬੀਆਂ ਕੋਲ ਆ, ਕਿੰਨਾ ਕੁ ਬਾਹਰ ਨਾਲ ਦੇ ਸੂਬਿਆਂ ਕੋਲ ਆ। ਉਹ ਸਸਤੇ ਤੋਂ ਸਸਤਾ ਕੰਮ ਕਰਨ ਲਈ ਤਿਆਰ ਆ। ਉਹ 8x8 ਫੁੱਟ ਦੇ ਵਿੱਚ 8-8 ਬੰਦੇ ਰਹਿੰਦੇ ਆ, ਇਹ 8x8 ਦੇ 2 ਕਮਰਿਆਂ 'ਚ ਇੱਕ ਪਰਿਵਾਰ ਰਹਿੰਦਾ, ਤੇ ਫਿਰ ਇਹ ਕਿਵੇਂ ਪੂਰਾ ਫਟੂਗਾ? ਜਾ ਕੇ ਦੇਖੋ ਨਾ ਸ਼ੇਰਪੁਰ, ਲੁਧਿਆਣੇ, ਮੈਂ ਤੇ ਉੱਥੇ ਹੀ ਧੱਕੇ ਖਾਦੇ 9 ਮਹੀਨੇ ਸਾਈਕਲ ਤੇ ਜਦੋਂ PhD ਕੀਤੀ ਸੀ, ਸਾਰਾ ਕੁਝ ਦੇਖਿਆ। ਇਹ ਐਵੇਂ ਲਿਫਾਫੇਬਾਜ਼ੀ ਆ, ਇਹ ਉਹਨਾਂ ਵਾਅਦਿਆਂ ਤੋਂ ਭੱਜਣ ਵਾਲੀ ਗੱਲ ਆ। ਆ ਜਿਹੜੇ ਹੁਣ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਤੇ ਜਿਹੜੀ 25,000 ਇਹਨਾਂ ਨੇ ਰੈਗੂਲਰ ਨੌਕਰੀਆਂ ਦੇਣੀਆਂ, ਹੌਲੀ ਹੌਲੀ ਇਹ ਖਿਸਕਣ ਲੱਗੇ ਕੈਪਟਨ ਵਾਂਗੂ, ਬਈ ਵੇਟ ਕਰੋ, ਹੁਣ ਅਸੀਂ ਇੱਥੇ ਇੰਡਸਟਰੀ ਆਉਣੀ ਆ ਤੇ ਉਹਦੇ ਚ ਤੁਹਾਨੂੰ ਰੁਜ਼ਗਾਰ ਮਿਲੂਗਾ, ਇੰਨਾ ਸੋਹਣਾ ਰੁਜ਼ਗਾਰ ਮਿਲੂਗਾ। ਇਹ ਹੁਣ ਉਸ ਪਾਸੇ ਨੂੰ ਸ਼ੁਰੂ ਹੋ ਗਏ, ਪਤਾ ਲੱਗ ਗਿਆ। ਬਿਊਰੋਕ੍ਰੇਸੀ ਨੇ, ਅਫਸਰਾਂ ਨੇ ਦੱਸਤਾ ਵੀ ਵਾਅਦੇ ਤੁਸੀਂ ਬਹੁਤ ਵੱਡੇ ਕਰ ਲਏ, ਸੱਤਾ ਬਹੁਤ ਮਿਲ ਗਈ, ਹੁਣ ਇਹ 33 ਸੀਟ ਤੇ ਬੈਠੋ ਤੇ ਸੇਕ ਤੇ ਥੱਲਿਓਂ ਲੱਗਣਾ ਹੀ ਆ ਭਾਈ। ਹੁਣ ਜਦੋਂ ਤੁਸੀਂ ਐਡੀ 33 ਸੀਟ ਕਰ ਹੀ ਲਈ ਹੈ ਤੇ ਉਹ ਕਹਿੰਦੇ ਤੁਸੀਂ ਭੁਗਤੋ, ਅਸੀਂ ਕਾਹਨੂੰ ਭੁਗਤੀਏ, ਜਾਓ ਲੋਕਾਂ ਕੋਲ। ਜੇ ਹੋਣਗੇ ਮਜਾਰੇ, ਸਾਰੇ ਹੋਣਗੇ ਤੁਹਾਡੇ, ਸੰਗਰੂਰ ਚ ਵੀ ਹੋਣਗੇ ਤੇ ਚੰਡੀਗੜ੍ਹ ਚ ਵੀ ਹੋਣਗੇ। ਚੰਡੀਗੜ੍ਹ ਚ ਹੁਣ ਤੇ ਵੜਨ ਨਹੀਂ ਦਿੰਦੇ, ਜਦੋਂ ਫਿਰ ਧੱਕਾ ਪਿਆ ਤੇ ਉਹ ਵੜਨ ਵੀ ਦੇਣਗੇ। ਕਿਉਂ ਨਹੀਂ ਵੜਨ ਦੇਣਗੇ? ਚੰਡੀਗੜ੍ਹ ਪੰਜਾਬ ਦਾ ਆ, ਖਿੜਿਆ ਫੁੱਲ ਗੁਲਾਬ ਦਾ, ਇਹ ਨਾਰੇ ਉਦੋਂ ਲੱਗਦੇ ਸੀ। ਇਸ ਲਈ ਤੁਸੀਂ ਰੋਕ ਨਹੀਂ ਸਕਦੇ ਲੋਕਾਂ ਨੂੰ। ਅਸੀਂ ਇਹ ਰੁਕਾਵਟ ਵੀ ਦੂਰ ਕਰਨੀ ਬੜੀ ਦੇਰ ਦੀ ਹੋ ਗਈ ਹੈ। ਕਿਤੇ ਕਿਸਾਨਾਂ ਨਾਲ ਮਿਲ ਕੇ ਇਹ ਹੋਣੀ, ਉਂਝੇ ਸੂਤਰ ਆਉਣੇ ਨਹੀਂ ਹੈ। ਤੇ ਪ੍ਰੋਟੈਸਟ ਕਰਦਾ, ਮੈਂ ਅਸੈਂਬਲੀ ਤੱਕ ਪ੍ਰੋਟੈਸਟ ਕਰਨ ਲਈ ਅਸੀਂ ਜਾਂਦੇ ਰਹੇ ਹਾਂ। ਹੁਣ ਤੇ ਚੰਡੀਗੜ੍ਹ ਚ ਨਹੀਂ ਵੜਨ ਦਿੰਦੇ। ਕਿਉਂ ਬਈ? ਫਿਰ ਸਾਡਾ ਕਾਹਦਾ ਅਧਿਕਾਰ ਕੀ ਹੈਗਾ? ਇਹ ਸਾਰੀਆਂ ਗੱਲਾਂ ਹੋਣਗੀਆਂ ਜੇ ਤੁਸੀਂ ਝੂਠੇ ਵਾਅਦੇ ਕਰੋਗੇ। ਤੇ ਹੁਣ ਰੇੜੀਆਂ ਦਾ ਸਵਾਦ ਆਪ ਵੀ ਦੇਖੋ ਭਾਈ, ਜਿਹੜੀਆਂ ਲੋਕਾਂ ਨੂੰ ਵੰਡਣ ਦੇ ਵਾਅਦੇ ਕੀਤੇ ਸੀ। ਜਿਹੜੀ ਭੁੱਲਰ ਸਾਹਿਬ ਦੀ ਰਿਪੋਰਟ, ਹਾਂ ਸੌਰੀ, ਮੈਂ ਉਹ ਜਿਹੜੀ ਭੁੱਲਰ ਸਾਹਿਬ ਦੀ ਰਿਪੋਰਟ ਆ, ਭੁੱਲਰ ਸਾਹਿਬ ਦੀ ਰਿਪੋਰਟ ਨਹੀਂ, ਐਕਚੁਅਲੀ ਕੁਝ ਭਰਤੀ ਕੀਤੇ ਸੀਗੇ ਐਕਸ ਸਰਵਿਸਮੈਨ, ਤੇ ਉਹਨਾਂ ਨੇ ਇੱਕ ਸੰਸਥਾ ਬਣਾਈ, ਮੈਨੂੰ ਉਹਦਾ ਨਾਮ ਭੁੱਲ ਗਿਆ। ਉਹਨਾਂ ਨੇ ਬਹੁਤ ਕੱਲੇ ਕਲੀਨਿਕ 4-5 ਹਜ਼ਾਰ ਜਿਹੜੇ ਆ ਨਾ, ਛੋਟੇ ਪ੍ਰਾਇਮਰੀ ਹੈਲਥ ਸੈਂਟਰ, ਡਿਸਪੈਂਸਰੀਆਂ, ਸਬ ਸੈਂਟਰ ਜਾ ਕੇ ਉਹਨਾਂ ਦੀ ਹਾਲਾਤ ਦਿਖਾਈ ਹੈ। ਕਿਸੇ 'ਚ ਤੇ ਬਿਲਡਿੰਗਾਂ ਹੀ ਹੈ ਨਹੀਂ, ਕਿਸੇ 'ਚ ਇੱਕ ਸਟਾਫ ਵੀ ਹੈ ਨਹੀਂ, ਕਿਸੇ 'ਚ ਛੱਤ ਚੋ ਰਹੀ ਆ, ਕਿਸੇ 'ਚ ਜਿੰਦਰਾ ਲੱਗਾ ਪਿਆ, ਕਿਸੇ 'ਚ ਬਾਉਂਡਰੀ ਹੈ ਨਹੀਂ, ਕਿਸੇ 'ਚ ਪਾਣੀ ਹੈ ਨਹੀਂ। ਡਾਕਟਰ ਤੇ ਕਿੰਨੇ ਆ ਜਿੱਦਾਂ 'ਚ ਡਾਕਟਰ ਜਾਂ ਹੋਰ ਕੋਈ। ਭਈ ਉਹ ਜਗ੍ਹਾ ਇੰਨੀ ਪ੍ਰਾਈਮ ਜਗ੍ਹਾ, ਬਿਲਡਿੰਗਾਂ ਨੂੰ ਉਹਨਾਂ ਨੂੰ ਠੀਕ ਕਰਕੇ ਉਹ ਸਿਸਟਮ ਜਿਹੜਾ ਆ, ਹਾਲਾਂਕਿ 70% ਚੱਲ ਰਹੀਆਂ ਉਹਨਾਂ 'ਚੋਂ, 25-30% ਇਹੋ ਜਿਹੀਆਂ ਜਿਹੜੀਆਂ 20-25% ਤੁਸੀਂ ਇਹੋ ਜਿਹੀ ਗੱਲ ਹੋ ਜਿਹੜੀ ਡਾਵਾਂਡੋਲ ਦੀਆਂ, ਤੁਸੀਂ ਉਹਨਾਂ ਨੂੰ ਠੀਕ ਕਰ ਦਿਓ, ਹੈਲਥ ਸਿਸਟਮ ਬਹੁਤ ਸੋਹਣਾ ਹੋ ਜਾਊਗਾ। ਪਰ ਹਾਲਤ ਤੁਸੀਂ ਜੋ ਆਪਣਾ ਕੇਜਰੀਵਾਲ ਮਾਡਲ ਦਾ ਢੋਲ ਵਜਾਇਆ ਹੋਇਆ, ਉਹਦਾ ਤੁਹਾਨੂੰ ਚਾਅ ਚੜਿਆ, ਬੜਾ ਸਿਰ ਨੂੰ ਚੜ ਕੇ ਉਹਦਾ ਬੋਲ ਰਿਹਾ, ਜਿਹੜਾ ਤੁਹਾਡੇ ਸਿਰ ਦੇ ਉੱਤੇ ਜਿਸ ਤਰ੍ਹਾਂ ਭੂਤ ਸਵਾਰ ਆ, ਉਸ ਨੂੰ ਛੱਡ ਦਿਓ। ਉਹ ਪੰਜਾਬ ਦੇ ਹਿੱਤ 'ਚ ਨਹੀਂ, ਉਹ ਕੇਜਰੀਵਾਲ ਦੇ ਹਿੱਤ 'ਚ ਆ। ਕਿਉਂ ਤੁਸੀਂ ਉਹਦੇ ਇੰਨੀ ਬੀਮ ਤੇ ਆ ਕੇ ਮਸਤ ਹੁੰਦੇ ਆ? ਤੁਸੀਂ ਆਪਣਾ ਹੈਲਥ ਸਿਸਟਮ ਠੀਕ ਕਰੋ, ਆਪਣਾ ਢੋਲ ਵਜਾਓ, ਆਪਣੇ ਭੰਗੜੇ ਪਾਓ, ਰੰਗਲਾ ਪੰਜਾਬ ਬਣਾਓ। ਕੇਜਰੀਵਾਲ ਦੀ ਬੀਨ ਤੇ ਮਸਤ ਹੋਣਾ ਜਦ ਤੱਕ ਨਹੀਂ ਛੱਡੋਗੇ, ਪੰਜਾਬ ਦਾ ਭਲਾ ਨਹੀਂ ਹੋਊ। ਉਹਨੂੰ ਕਹੋ ਵੀ ਅਸੀਂ ਚਲਾ ਲਏ, ਚਲਾ ਕੇ ਵੇਖੇ ਸੈਂਪਲ 100-125 ਜਿੰਨੇ ਕੁ ਵੀ ਹੈਗੇ ਆਮ ਆਦਮੀ ਕਲੀਨਿਕ, ਵੀ ਇੱਥੇ ਤੇ ਸਾਡੇ ਡਾਕਟਰ ਰਿਜ਼ਾਈਨ ਕਰੀ ਜਾਂਦੇ। ਇੱਕ ਹੋਰ ਰਿਜ਼ਾਈਨ ਕਰ ਗਿਆ, ਪਹਿਲਾਂ ਮੋਹਾਲੀ ਵਾਲਾ ਤੇ ਚੌਥੇ ਦਿਨ ਹੀ ਕਰ ਗਿਆ ਸੀ। ਉਹ ਕਹਿੰਦੇ ਅਸੀਂ ਨਹੀਂ ਇੱਥੇ ਕੰਮ ਕਰਨਾ। ਤੁਸੀਂ ਕਹੋ ਜੀ ਪੰਜਾਬੀ ਨਹੀਂ ਇਹ ਮਹੱਲਾ ਕਲੀਨਿਕਾਂ ਦੇ, ਇਹਦੇ ਵੱਡੇ ਹਸਪਤਾਲ ਚਾਹੁੰਦੇ ਆ ਤੇ ਵੱਡਾ ਸਿਸਟਮ ਚਾਹੁੰਦੇ ਆ। ਇਹ ਨਹੀਂ ਤੁਹਾਡੇ ਉੱਥੇ ਦਿੱਲੀ 'ਚ ਜਿਹੜਾ ਤੁਸੀਂ ਕਰਨਾ ਕਰੀ ਜਾਓ, ਤੁਹਾਡਾ ਮਾਡਲ ਇੱਥੇ ਫੇਲ ਆ। 10 ਦਿਨ ਜੇ ਜਿੰਨਾ ਛੇਤੀ ਦੱਸ ਦੇਣਗੇ, ਉਹਨਾਂ ਪੰਜਾਬ ਦਾ ਵੀ ਭਲਾ, ਹੈਲਥ ਸਿਸਟਮ ਦਾ ਵੀ ਭਲਾ, ਤੇ ਇਹਨਾਂ ਦਾ ਵੀ ਛੁਟਕਾਰਾ ਹੋ ਜਾਊ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।